ਸਾਡੀ ਨਾ ਜ਼ਮੀਨ ਹਲਕੀ ਹੈ ਤੇ ਹਲਕੀ ਦਾ ਮੈਨੂੰ ਮਤਲਬ ਨਹੀਂ ਸਮਝ ਆਉਂਦਾ ਸੀ ਹਲਕੀ ਕੀ ਕਹਿੰਦੇ ਨੇ, ਮਗਰ ਇੰਨਾ ਪ੍ਰੋਡਕਸ਼ਨ ਤੁਸੀਂ ਸਮਝੋ ਕਿ ਅਸੀਂ ਇੱਕ ਏਕੜ ਤੋਂ 40 ਕੁਇੰਟਲ ਦੀ ਝੋਨੇ ਦੀ ਅਸੀਂ ਪ੍ਰੋਡਕਸ਼ਨ ਲਿੱਤੀ। ਸ਼ੂਗਰ ਕੇਨ ਜਿਹੜਾ ਹੈਗਾ ਉਹ ਤੇ ਇੱਥੇ ਪੰਜਾਬ ਦੇ ਬੜੇ ਫਾਰਮਰਸ ਯੂਪੀ ਤੋਂ ਵੀ ਆਏ, 550 ਕੁਇੰਟਲ ਅਸੀਂ ਐਸੇ ਪ੍ਰੋਡਕਸ਼ਨ ਕੀਤਾ ਤੇ ਮੈਨੂੰ ਅਵਾਰਡ ਮਿਲੇ ਉਸ ਵਾਸਤੇ। बोरी पाओ पावे मगर अपना रोल अदा करो कि असी अगर जिमीदार हाँ, असी अगर फार्मर हाँ, सानू इस सॉइल वास्ते कुछ ते करना चाहिए है, भावें असी अपना बना के पाइए। टेक्नोलॉजी ते प्रोडक्शन हुण असी 16,000 मैट्रिक टन प्रोड्यूस कर रहे हैं एनुअली ए खाद नूं। इहदी प्रोडक्शन दे वास्ते सानू अवार्ड मिला। पिछले 18 साल तो ਅਸੀਂ ਪ੍ਰੋਡਕਸ਼ਨ ਕਰ ਰਹੇ ਹਾਂ। ਹੁਣ ਸਿਕਰੀ ਇੱਕ ਬ੍ਰਾਂਡ ਬਣ ਗਿਆ ਹੈ ਔਰ ਬ੍ਰਾਂਡ ਹੁਣ ਪੰਜਾਬ ਵਿੱਚ ਵੀ ਆ ਗਿਆ ਹੈ ਤੇ ਅਸੀਂ ਤੇ ਇਨਵਾਈਟ ਕਰਨੇ ਆ ਸਭ ਨੂੰ ਕਿ ਆਓ ਇਹ ਬ੍ਰਾਂਡ ਨਾਲ ਜੁੜੋ ਤੇ ਇੱਕ ਵਧੀਆ ਕੰਮ ਕਰੀਏ। ਸਿਕਰੀ ਫਾਰਮ ਇੱਕ ਮਾਡਲ ਹੈ ਜਿੱਥੇ ਤੁਸੀਂ ਆਓਗੇ ਦੇਖੋਗੇ ਤੁਹਾਨੂੰ ਬੀ ਹਾਈਵ ਮਿਲੇਗਾ, ਉਹ ਬੀਜ਼ ਨਾਲ ਪੋਲੀਨੇਸ਼ਨ ਹੁੰਦਾ ਹੈ। ਸਾਇੰਸ ਇਹ ਹੈਗੀ ਹੈ। कोरोना ਦੇ ਦੌਰਾਨ ਇਹ ਰਿਅਲਾਈਜੇਸ਼ਨ ਹੋਈ ਕਿ ਸਸਟੇਨੇਬਿਲਿਟੀ ਇਜ਼ ਦ ਕੀ ਔਰ ਸਸਟੇਨੇਬਲ ਲਾਈਫ ਹੈਗੀ ਹੈ ਕਿ ਜਿੰਨੀ ਚੀਜ਼ਾਂ ਅਸੀਂ ਆਪਣੀ ਕਰ ਸਕਨੇ ਆ ਤਿਆਰ ਸਾਨੂੰ ਕਰਨੀ ਚਾਹੀਦੀਆਂ ਨੇ। ਮੈਂ ਆਲਮੋਸਟ ਸਾਰਾ ਵਰਲਡ ਐਕਸਪਲੋਰ ਕਰ ਲਿੱਤਾ ਹੈ। ਹੁਣ ਵੀ ਸਾਡਾ ਟੂਰ ਹੈਗਾ ਇਜ਼ਰਾਈਲ ਦਾ। ਅਸੀਂ ਹੁਣ ਇੱਕ ਪ੍ਰੋਡਕਟ ਬਣਾਇਆ ਵਰਮੀਲਾਈਜ਼ਰ, ਉਹ ਅਸੀਂ ਕੋਰੀਆ ਨਾਲ ਕੋਲੈਬੋਰੇਸ਼ਨ ਕੀਤਾ ਹੈ। ਉਹਨਾਂ ਨੇ ਸਾਨੂੰ ਕੁਝ ਗ੍ਰੈਨੂਲਸ ਤਿਆਰ ਕਰਕੇ ਦਿੱਤੇ ਨੇ। ਉਹ ਕਹਿੰਦੇ ਨੇ ਤੁਸੀਂ ਇਹ ਖਾਦ ਨੂੰ ਥੋੜਾ ਜਿਹਾ ਇਹਦੀ ਕੁਆਲਿਟੀ ਵਧਾਓ ਤੇ ਉਹਦੇ ਨਾਲ ਨਾ ਸਾਡੀ ਕੈਮੀਕਲ ਦੀ ਡਿਪੈਂਡੈਂਸੀ ਹੋਰ ਘਟ ਜਾਏਗੀ ਤੇ ਰਿਜ਼ਲਟ ਹੋਰ ਸ਼ਾਨਦਾਰ ਮਿਲਣਗੇ। ਮੈਨੂੰ ਇੱਕ ਇਨਸਪੀਰੇਸ਼ਨ ਹੋਰ ਆਈ ਜਦੋਂ ਇਹ ਸ਼ਾਰਟੇਜ ਆਈ ਹੈ ਕੈਮੀਕਲਾਂ ਦੀ ਤੇ ਮੈਨੂੰ ਲੱਗਿਆ ਕਿ ਮੇਰੇ ਕੋਲ ਕੀ ਹੈਗਾ ਜਿਹਦੇ ਨਾਲ ਮੈਂ ਆਪਣੀ ਫਸਲ ਗਰੋ ਕਰ ਸਕਣਾ ਵਾ ਤੇ ਇਹ ਖਾਦ ਨੇ ਮੈਨੂੰ ਬਚਾਇਆ ਜੀ। ਅਸੀਂ ਹੁਣ ਜਿਹੜਾ ਔਰਚਰਡ ਲਗਾਇਆ, ਬਾਗ ਲਗਾਇਆ ਹੈ, ਮੈਂ ਬਹੁਤ ਖੁੱਲੀ ਕੁਆਂਟੀਟੀ 'ਚ 10-10 ਕਿਲੋ ਇੱਕ ਬੂਟੇ 'ਚ ਅਸੀਂ ਖਾਦ ਪਾਇਆ। 1 ਸਾਲ ਹੋ ਗਿਆ ਸਾਨੂੰ ਕੁਝ ਪਾਉਣ ਦੀ ਲੋੜ ਹੀ ਨਹੀਂ ਪਈ। ਮੈਨੂੰ ਲੱਗਦਾ ਹੈ ਇਹ ਮੇਰਾ ਜਨਮ ਹੀ ਇਸ ਕੰਮ ਵਾਸਤੇ ਹੋਇਆ ਕਿ ਅਸੀਂ ਸੋਇਲ ਨੂੰ ਬਚਾਉਣ ਵਾਸਤੇ ਕੁਝ ਕਰ ਜਾਈਏ ਤੇ ਇਹੀ ਅਸੀਂ ਹੁਣ ਕਰ ਰਹੇ ਹਾਂ, ਇਹੀ ਅਸੀਂ ਕਰਨਾ ਹੈ। ਰੋਜ਼ਾਨਾ ਸਪੋਕਸਮੈਨ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਹਰਜੀਤ ਕੌਰ ਸਵਾਗਤ ਕਰਦੀ ਹਾਂ। ਹਰਿਆਣਾ ਦੇ ਪਿੰਡ ਡੰਗੋਲੀ ਦੇ ਵਿੱਚ ਮੌਜੂਦ ਹਾਂ। ਸਿਕਰੀ ਫਾਰਮ ਦੇ ਕੋਲ ਖੜੇ ਹੋਏ ਹਾਂ। ਬਾਬੇ ਨਾਨਕ ਦਾ ਫਰਮਾਨ ਹੈ ਕਿ ਉੱਤਮ ਖੇਤੀ ਮੱਧਮ ਵਪਾਰ ਤੇ ਅੱਜ ਦਿਖਾਵਾਂਗੇ ਤੁਹਾਨੂੰ ਕਿ ਉੱਤਮ ਖੇਤੀ ਕਿਸ ਤਰੀਕੇ ਦੇ ਨਾਲ ਕੀਤੀ ਜਾ ਸਕਦੀ ਹੈ ਤੇ ਕਰਨ ਸਿਕਰੀ ਜੋ ਕਿ ਇੱਕ ਬ੍ਰਾਂਡ ਨੇ ਹਰਿਆਣੇ ਦੇ ਜੈਵਿਕ ਖਾਦ ਦੇ ਨਾਲ ਉਹਨਾਂ ਦਾ ਨਾਮ ਮਸ਼ਹੂਰ ਹੋਇਆ। ਉਹਨਾਂ ਨੇ ਹਰਿਆਣੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੇਚੂਆ ਖਾਦ ਤਿਆਰ ਕੀਤੀ। ਅਕਸਰ ਅਸੀਂ ਪਿੰਡਾਂ ਦੇ ਵਿੱਚ ਦੇਖਦੇ ਹਾਂ ਤਾਂ ਗੋਬਰ ਦੀ ਜੇ ਗੱਲ ਕਰਦੇ ਆ ਤਾਂ ਗੋਬਰ ਕਿਸ ਤਰੀਕੇ ਦੇ ਨਾਲ ਪੱਥਿਆਂ ਪੱਥਣ ਦੇ ਕੰਮ ਆਉਂਦਾ ਹੈ, ਪਰ ਇਸ ਤੋਂ ਇਲਾਵਾ ਹੋਰ ਕੋਈ ਵਰਤੋਂ ਦੇ ਵਿੱਚ ਨਹੀਂ ਲਿਆਂਦਾ ਜਾਂਦਾ। ਪਰ ਕਰਨ ਸਿਕਰੀ ਜੋ ਕਿ ਹਰਿਆਣੇ ਦੇ ਰਹਿਣ ਵਾਲੇ ਨੇ ਤੇ ਅੱਜ ਜਿਨ੍ਹਾਂ ਨੇ ਉਹ ਗੋਬਰ ਦੀ ਵਰਤੋਂ ਕਰਕੇ ਕੇਚੂਆ ਮਤਲਬ ਗੰਡੋਇਆ ਨੂੰ ਕਹਿੰਦੇ ਨੇ ਤੇ ਉਹ ਗੰਡੋਇਆ ਦੇ ਨਾਲ ਜੈਵਿਕ ਖਾਦ ਤਿਆਰ ਕੀਤੀ ਤਾਂ ਕਿ ਆਰਗੈਨਿਕ ਫਸਲਾਂ ਉਗਾਈਆਂ ਜਾ ਸਕਣ। ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦਾ ਬੜਾ ਵੱਡਾ ਫਾਰਮ ਆ। ਛੋਟੀ ਜੀ ਕਹਿ ਸਕਦੇ ਹੋ ਫਸਲ ਤੋਂ ਉਹਨਾਂ ਨੇ ਸ਼ੁਰੂ ਕੀਤੀ ਸੀਗੀ ਆਪਣੀ ਖੇਤੀ, ਖੁਦ ਫਸਲਾਂ ਉਗਾਈਆਂ ਤੇ ਫਿਰ ਉਸ ਜੈਵਿਕ ਖਾਦ ਨੂੰ ਹੁਣ ਹਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪਹਿਲਾਂ ਤਾਂ ਇੱਕ ਝਾਤ ਤੁਹਾਨੂੰ ਉਹਨਾਂ ਦੇ ਫਾਰਮ ਤੇ ਮਰਵਾਉਨੇ ਆ ਕਿ ਕਿੰਨਾ ਵੱਡਾ ਫਾਰਮ ਆ ਜਿਹਦੇ 'ਚ ਹਰ ਤਰੀਕੇ ਦੀ ਫਸਲ ਆਪ ਉਹਨਾਂ ਨੇ ਉਗਾਈ ਹੋਈ ਹੈ ਤੇ ਵੱਡੀਆਂ ਵੱਡੀਆਂ ਮਸ਼ੀਨਾਂ ਦੇ ਨਾਲ ਜੈਵਿਕ ਖਾਦ ਤਿਆਰ ਕਰਕੇ ਅੱਜ ਐਕਸਪੋਰਟ ਦਾ ਕੰਮ ਵੀ ਕਰ ਰਹੇ ਨੇ। ਵੱਖ-ਵੱਖ ਸਟੇਟਾਂ ਦੇ ਵਿੱਚ ਉਹਨਾਂ ਦੀ ਖਾਦ ਜਾਂਦੀ, ਇੱਥੋਂ ਤੱਕ ਕਿ ਹਿਮਾਚਲ ਤੇ ਕਸ਼ਮੀਰ ਦੀ ਜੇ ਗੱਲ ਕਰਦੇ ਆ ਤਾਂ ਇਹਨਾਂ ਦੀ ਹੀ ਜੈਵਿਕ ਖਾਦ ਹੈ ਜਿਹੜੀ ਹਿਮਾਚਲ ਤੇ ਕਸ਼ਮੀਰ ਤੱਕ ਜਾਂਦੀ ਹੈ। ਜਿਹੜੇ ਸੇਬ ਉਗਾਏ ਜਾਂਦੇ ਨੇ, ਅਕਸਰ ਅਸੀਂ ਗੱਲ ਕਰਦੇ ਹਾਂ ਕਿ ਕੰਪੀਟੀਸ਼ਨਾਂ ਦੀ ਦੌੜ ਦੇ ਵਿੱਚ ਅਸੀਂ ਆਪਣੀ ਉਪਜਾਊ ਸ਼ਕਤੀ ਘਟਾ ਦਿੱਤੀ। ਖੇਤੀ ਦੀ ਫਸਲ ਦੀ ਉਪਜਾਊ ਸ਼ਕਤੀ ਘਟ ਗਈ ਤਾਂ ਜ਼ਮੀਨਾਂ ਤੁਸੀਂ ਦੇਖ ਸਕਦੇ ਹੁਣ ਉਨੀ ਪੈਦਾਵਾਰ ਨਹੀਂ ਦਿੰਦੀਆਂ ਜਿੰਨੀ ਹੋਣੀ ਚਾਹੀਦੀ ਸੀ। ਤਾਂ ਗੁਰੂ ਸਾਹਿਬ ਦਾ ਫਰਮਾਨ ਸੀ ਕਿ ਉੱਤਮ ਖੇਤੀ ਮੱਧਮ ਵਪਾਰ। ਤਾਂ ਅੱਜ ਖੇਤੀ ਨੂੰ ਇੱਕ ਘਾਟੇ ਦਾ ਮੁਨਾਫਾ ਦੱਸਿਆ ਜਾ ਰਿਹਾ, ਪਰ ਵੱਧ ਮੁਨਾਫਾ ਕਿਸ ਤਰ੍ਹਾਂ ਕਮਾ ਸਕਦੇ ਹਾਂ ਇਹ ਤੁਹਾਨੂੰ ਇੱਕ ਮਿਸਾਲ ਦਿਖਾਵਾਂਗੇ। ਆਓ ਚੱਲਦੇ ਹਾਂ ਸਿਕਰੀ ਫਾਰਮ ਦੇ ਅੰਦਰ।
ਅਸੀਂ ਇੱਥੇ ਜਿਹੜੀ ਕਿ ਸਿਕਰੀ ਫਾਰਮ ਦੀ ਲੈਬ ਹੈਗੀ ਉੱਥੇ ਐਂਟਰ ਹੋ ਚੁੱਕੇ, ਪਰ ਐਂਟਰ ਦੀ ਜਿਹੜੇ ਕਹਿ ਸਕਦੇ ਸਟਾਰਟਿੰਗ ਪ੍ਰੋਸੀਜਰ ਹੈਗਾ ਜਿਹੜਾ ਉਹ ਤੁਸੀਂ ਦੇਖੋ ਕਿ ਐਦਾਂ ਇਸ ਕਵਰ ਨੂੰ ਲੈਣਾ ਪੈਂਦਾ ਆ ਔਰ ਫਿਰ ਇਹਦੇ ਅੰਦਰ ਜਿਹੜਾ ਉਹ ਐਂਟਰ ਹੋਣਾ ਪੈਂਦਾ, ਕਿਉਂਕਿ ਹਰ ਇੱਕ ਚੀਜ਼ ਦਾ ਖਿਆਲ ਰੱਖਿਆ ਜਾਂਦਾ ਆ। ਖਾਸ ਤੌਰ ਤੇ ਤੁਸੀਂ ਦੇਖ ਸਕਦੇ ਹੋ ਤਾਂ ਕਿ ਸਾਡੇ ਪੈਰਾਂ ਦੇ ਵਿੱਚੋਂ ਬੂਟਾਂ ਦੇ ਵਿੱਚੋਂ ਜੋ ਵੀ ਕੋਈ ਬਾਹਰ ਦਾ ਗੰਦਗੀ ਉਹ ਅੰਦਰ ਨਾ ਆ ਸਕੇ, ਜਿਸ ਕਰਕੇ ਤੁਸੀਂ ਦੇਖ ਸਕਦੇ ਹੋ ਇਹ ਬੜੀ ਸਫਾਈ ਦੇ ਨਾਲ ਤੇ ਵਧੀਆ ਤਰੀਕੇ ਦੇ ਨਾਲ ਕੰਮ ਕੀਤਾ ਜਾਂਦਾ ਹੈ। ਸਵੀਟ ਕਾਰਨ ਦੀ ਜੇ ਗੱਲ ਕਰਦੇ ਹਾਂ ਤਾਂ ਉਹ ਵੀ ਤੁਸੀਂ ਬਾਹਰ ਦੇਖਿਆ ਜੀ। ਸਰ ਅਸੀਂ ਇਸ ਬਾਰੇ ਵੀ ਜਾਣਨਾ ਚਾਹੁੰਦੇ ਹਾਂ ਕਿ ਲੈਬ ਦੇ ਵਿੱਚ ਕੀ ਕੰਮ ਜਿਹੜਾ ਤੁਸੀਂ ਉਹ ਕਰਦੇ ਹੋ। ਇੱਕ ਤੇ ਜੀ ਅਸੀਂ ਇਹ ਲੈਬ ਵਿੱਚ ਜੀ ਸਾਡਾ ਸੈਂਪਲ ਕੁਆਲਿਟੀ ਟੈਸਟ ਹੁੰਦਾ ਹੈ। ਅਸੀਂ ਜੀ। ਆਪਣਾ ਇਨ ਹਾਊਸ ਟੈਸਟਿੰਗ ਕਰਨੇ ਆ ਜੀ। ਕਿ ਕੀ ਕੁਆਲਿਟੀ ਅਸੀਂ ਪ੍ਰੋਡਿਊਸ ਕਰ ਰਹੇ ਹਾਂ। ਹਰ ਆਵਰ ਐਵਰੀ ਆਵਰ ਟੈਸਟਿੰਗ ਹੁੰਦੀ ਰਹਿੰਦੀ ਹੈ। ਓਕੇ, ਇੱਕ ਘੰਟੇ ਬਾਅਦ ਹਾਂਜੀ, ਸਾਡੇ ਸਾਇੰਟਿਸਟ ਟੈਸਟ ਕਰਦੇ ਨੇ ਜੀ ਤੇ ਕੁਆਲਿਟੀ ਟੈਸਟ ਹੁੰਦੀ ਹੈ। ਇਹਦੋਂ ਇਸ ਲੈਬ ਵਿੱਚ ਅਸੀਂ ਨਿਊਟ੍ਰੀਐਂਟਸ, ਮੈਕਰੋ ਨਿਊਟ੍ਰੀਐਂਟਸ ਹੁੰਦੇ ਨੇ, EC, pH ਇਹ ਸਭ ਅਸੀਂ ਟੈਸਟ ਕਰ ਸਕਦੇ ਹਾਂ, ਸੋਇਲ ਦਾ ਵੀ ਖਾਦ ਦਾ ਵੀ। ਤੇ ਅਸੀਂ ਫਾਰਮਰਸ ਦੀ ਸੋਇਲ ਵੀ ਟੈਸਟ ਕਰ ਲੈਂਦੇ ਹਾਂ ਤੇ ਖਾਦ ਵੀ। ਇਹ ਹੁਣ ਅਸੀਂ ਟੈਸਟ ਕਰ ਰਹੇ ਹਾਂ ਕਿ ਕਿੰਨਾ ਸਾਡਾ ਖਾਦ ਪਾ ਕੇ ਨਵੇਂ ਪ੍ਰੋਡਕਟਸ ਅਸੀਂ ਯੂਜ਼ ਕੀਤੇ ਨੇ, ਆਪਣੇ ਬਣਾਏ ਨੇ, ਓਕੇ, ਕਿ ਉਹਦੇ ਨਾਲ ਸਾਨੀ ਕਿੰਨੀ ਇਹਦੇ ਅੰਦਰ ਤਾਕਤ ਬਣੀ ਹੈ ਇਹ ਚੈੱਕ ਹੋ ਰਿਹਾ। ਪੱਤੇ ਹੈ ਕੈਸੇ? ਹਾਂਜੀ ਹਾਂਜੀ ਹਾਂਜੀ, ਸੋ ਇਹ ਸਾਡੀ ਸਾਰੀ ਮਸ਼ੀਨਾਂ ਨੇ ਜੀ ਜੀ। ਅੰਦਰ ਜਿਹੜੀ ਇਹ ਮਾਈਕਰੋਬਾਇਓਲੋਜੀ ਦੀ ਲੈਬ ਹੈ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਜੀ ਜੀ, ਮਾਈਕਰੋਬਾਇਓ ਜਿਹੜੀ ਲੈਬ ਤੁਸੀਂ ਦੇਖ ਸਕਦੇ ਹੋ। ਫਿਰ ਸਰ ਇੰਨਾ ਵੱਡਾ ਪ੍ਰੋਜੈਕਟ ਕਿਵੇਂ ਤਿਆਰ ਕੀਤਾ ਕਮ ਸੇ ਕਮ, ਕਿਉਂਕਿ ਕਹਿ ਸਕਦੇ ਸਾਇੰਟਿਸਟ ਜੋ ਕਰਦੇ ਨੇ ਉਹ ਤੁਸੀਂ ਕਰ ਰਹੇ ਹੈਗੇ ਹੋ। ਬਸ ਜੀ ਜਦੋਂ ਮਿਸ਼ਨ ਬਣ ਜਾਂਦਾ ਨਾ ਫਿਰ ਤੇ ਕੁਝ ਮੁਸ਼ਕਿਲ ਹੀ ਨਹੀਂ ਲੱਗਦਾ, ਫਿਰ ਤਾਂ ਲੱਗਦਾ ਹੋਰ ਕੀ ਕਰ ਸਕਦੇ ਆ, ਦਿਲ ਮੰਗੇ ਮੋਰ ਵਾਲੀ ਗੱਲ ਹੋ ਜਾਂਦੀ ਹੈ। ਜੀ ਤੇ ਇਹ ਦੇਖੋ ਜੀ, ਇਹ ਮਾਈਕਰੋਬਸ ਨੇ ਸਾਡੇ। ਅਸੀਂ ਆਪਣਾ ਮਦਰ ਕਲਚਰ ਬੈਂਕ ਖੁਦ ਆਪਣਾ ਇੱਥੇ ਤਿਆਰ ਕੀਤਾ ਹੋਇਆ ਹੈ ਕਿ ਅਸੀਂ ਇਹ ਮਾਈਕਰੋਬਸ ਨੂੰ ਯੂਜ਼ ਕਰਨੇ ਆ ਤੇ ਇਹ ਖਾਦ ਵਿੱਚ ਪਾਉਂਦੇ ਆ, ਤਾਂ ਹੀ ਇਹ ਖਾਦ ਥੋੜੀ ਸਪੈਸ਼ਲ ਹੋ ਜਾਂਦੀ ਹੈ। ਦੇਖ ਸਕਦੇ ਥੋੜਾ ਜਿਹਾ ਉਹ ਕੱਢ ਕੇ ਦਿਖਾਣਗੇ ਤੁਹਾਨੂੰ ਗਲਵਸ ਨਾਲ। ਓਕੇ, ਸੋ ਗਲਵਸ ਦੇ ਨਾਲ ਹੀ ਇਸ ਨੂੰ ਟੱਚ ਕਰ ਸਕਦੇ ਆ, ਕਿਉਂਕਿ ਕਹਿ ਸਕਦੇ ਆ ਕਿ ਬੜੇ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਇੱਥੇ ਸਟੋਰ ਕਰਕੇ ਰੱਖਿਆ ਹੋਇਆ। ਸੋ ਥੱਲੇ ਤੁਸੀਂ ਦੇਖ ਸਕਦੇ ਹੋ ਜਿਵੇਂ ਦੇਖੋ ਇਹ ਸਾਰੇ ਐਵੇਂ ਦੇ ਮਾਈਕਰੋਬਸ ਨੇ ਜਿਹੜੇ ਨਾਈਟ੍ਰੋਜਨ ਵੀ ਐਟਮੋਸਫੇਅਰ ਤੋਂ ਫਿਕਸ ਕਰਦੇ ਨੇ। ਤੇ ਇਹਨਾਂ ਦੀ ਖਾਸੀਅਤ ਅਸੀਂ ਇਹਨਾਂ ਨੂੰ ਪੰਜਾਬ ਦੀ ਧਰਤੀ ਦੇ ਹਿਸਾਬ ਨਾਲ ਤਿਆਰ ਕਰ ਰਹੇ ਹਾਂ ਕਿ ਇਸ ਕਲਾਈਮੇਟਿਕ ਕੰਡੀਸ਼ਨ ਵਿੱਚ ਇਹ ਰਿਜ਼ਲਟ ਦੇ ਸਕਣ, ਕਿਉਂਕਿ ਜਿੰਨਾ ਵੀ ਇੱਥੋਂ ਆ ਰਿਹਾ ਹੈ ਕਲਚਰ ਬੈਕਟੀਰੀਆ ਉਹ ਜ਼ਿਆਦਾਤਰ ਸਾਊਥ ਤੋਂ ਆਉਂਦਾ ਹੈ। ਹੁਣ ਸਾਊਥ ਦੀ ਚੀਜ਼ ਇੱਥੇ ਉਹਨਾਂ ਰਿਜ਼ਲਟ ਨਹੀਂ ਦੇ ਪਾਏਗੀ ਜਿੰਨੀ ਇੱਥੋਂ ਦੀ ਚੀਜ਼ ਦੇ ਪਾਏਗੀ, ਫਰੈਸ਼ ਚੀਜ਼ ਜੀ। ਤੇ ਅਸੀਂ ਇਹ ਖਾਦ ਵਿੱਚ ਵੀ ਪਾ ਰਹੇ ਹਾਂ, ਅਸੀਂ ਬਲਕਿ ਕਲੇਮ ਵੀ ਨਹੀਂ ਕਰਦੇ, ਮਗਰ ਅਸੀਂ ਚੁੱਪ ਕਰਕੇ ਪਾ ਦਿੰਦੇ ਹਾਂ ਤਾਂ ਕਿ ਰਿਜ਼ਲਟ ਵਧੀਆ ਤੋਂ ਵਧੀਆ ਆਣ। ਤਾਂ ਹੀ ਸਾਡੇ ਫਾਰਮਰ ਜੋ ਵੀ ਇੱਕ ਵਾਰ ਸਾਡੇ ਨਾਲ ਜੁੜ ਜਾਂਦਾ ਹੈ, ਖਾਦ ਲੈਂਦਾ ਹੈ, ਉਹ ਬਾਅਦ ਵਿੱਚ ਪੁੱਛਦਾ ਹੈ ਕਿ ਤੁਸੀਂ ਕੀ ਕੀਤਾ ਸੀ ਇਹਦੇ ਅੰਦਰ। ਇੰਨੀ ਨੌਲੇਜ ਕਿਵੇਂ ਆਈ? ਮਤਲਬ ਕਿ ਤੁਸੀਂ ਇਹਦਾ ਵੀ ਫਿਰ ਕੋਰਸ ਕੀਤੇ ਸੀ? ਬਿਲਕੁਲ ਜੀ, ਕੋਰਸ ਕੀਤੇ ਸੀ। ਤੇ ਕੋਰਸ ਤੋਂ ਜ਼ਿਆਦਾ ਹੁੰਦਾ ਕੀ ਹੈ, ਜਦੋਂ ਤੁਹਾਡਾ ਇੱਕ ਵਿਜ਼ਨ ਬਣ ਜਾਂਦਾ ਹੈ ਤੇ ਤੁਸੀਂ ਉਹਦੇ ਵਾਸਤੇ ਫਿਰ ਭੱਜਣ ਲੱਗਦੇ ਹੋ। ਐਂਡ ਬੀਇੰਗ ਅ ਫਾਰਮਰ ਮੈਂ ਨਾ ਇਹ ਮਹਿਸੂਸ ਕਰ ਸਕਦਾ ਹਾਂ ਕਿ ਕੀ ਜ਼ਰੂਰਤਾਂ ਨੇ, ਕੀ ਦਿੱਕਤਾਂ ਨੇ ਸਾਡੇ ਇੱਥੇ ਸੋਇਲ ਦੀਆਂ। ਤੇ ਉਹੀ ਦਿੱਕਤਾਂ ਜਿਵੇਂ ਇੱਥੇ ਹਰਿਆਣਾ ਪੰਜਾਬ ਦੀ ਜਿਹੜੀ ਸੋਇਲ ਹੈਗੀ ਏ, ਇਹਦੇ ਅੰਦਰ ਜਿਹੜੀ ਪ੍ਰੋਬਲਮ ਹੈ, ਜਿਹੜੀ ਕਮਜ਼ੋਰੀ ਹੈ, ਆਰਗੈਨਿਕ ਕਾਰਬਨ ਘਟ ਗਈ ਹੈ, ਉਹਨੂੰ ਕਿਵੇਂ ਵਧਾਈਏ ਨੈਚੁਰਲੀ, ਇਹ ਸਾਡਾ ਗੋਲ ਹੈਗਾ। ਤੇ 1% ਆਰਗੈਨਿਕ ਕਾਰਬਨ ਨੂੰ ਵਧਾਉਣ ਦਾ ਤੇ ਸੇਵ ਸੋਇਲ ਦਾ ਸਾਡਾ ਗੋਲ ਹੈ। ਤੇ ਬਾਕੀ ਚੀਜ਼ਾਂ ਦੇ ਫਿਰ ਉਹਦੇ ਅੰਦਰ ਅਸੀਂ 2035 ਤੱਕ ਦਾ ਆਪਣਾ ਵਿਜ਼ਨ ਤਿਆਰ ਕੀਤਾ ਹੋਇਆ ਹੈ। ਕੀ ਬਾਤ ਹੈ, ਮਤਲਬ ਇਨ ਫਿਊਚਰ ਸੋਚ ਕੇ ਰੱਖਿਆ ਵੀ ਕਰਨਾ ਕੀ ਹੈ। ਬਿਲਕੁਲ। ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਬੜੀ ਵਧੀਆ ਤਰੀਕੇ ਦੇ ਨਾਲ ਕਹਿ ਸਕਦੇ ਆ ਇੱਥੇ ਜਿਹੜੀ ਕਿ ਹਰ ਇੱਕ ਚੀਜ਼ ਦੀ ਟੈਸਟਿੰਗ ਕੀਤੀ ਜਾਂਦੀ ਹੈ ਤੇ ਫਿਰ ਹੀ ਅੱਗੇ ਡੀਲ ਕਰਕੇ ਦਿੱਤੀ ਜਾਂਦੀ ਹੈ। ਸੋਇਲ ਹੈਗਾ, ਇਹ ਸੋਇਲ ਸੈਂਪਲਸ ਨੇ ਜੀ, ਇਹ ਸੋਇਲ ਸੈਂਪਲ ਆਉਂਦੇ ਨੇ ਫਾਰਮਰਸ ਦੇ, ਇਹ ਸਾਰੇ ਸੋਇਲ ਸੈਂਪਲ ਟੈਸਟ ਫਿਰ ਇਹ ਅਲੱਗ-ਅਲੱਗ ਮਤਲਬ ਬਿਲਕੁਲ ਅਲੱਗ-ਅਲੱਗ ਸਟੇਟਾਂ ਤੋਂ ਜਿੰਨੇ ਸਾਡੇ ਫਾਰਮਰਸ ਜੁੜੇ ਹੋਏ ਨੇ, ਫਾਰਮਰ ਬੇਸ ਤੁਹਾਨੂੰ ਦਿੰਦੇ ਨੇ ਫਿਰ ਲੈ ਕੇ। ਬਿਲਕੁਲ, ਸਾਡੇ ਜਿਹੜੇ ਡੀਲਰਸ ਨੇ ਉਹਨਾਂ ਨੂੰ ਵੀ ਇਹ ਫੈਸਿਲਿਟੀ ਦਿੱਤੀ ਹੈ ਕਿ ਤੁਸੀਂ ਵੀ ਆਪਣੇ ਫਾਰਮਰਸ ਨੂੰ ਉਹਨਾਂ ਵਾਸਤੇ ਕੁਝ ਫੈਸਿਲਿਟੀ ਕ੍ਰੀਏਟ ਕਰੋ। ਦਰਸ਼ਕੋ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ, ਇਹ ਦੇਖੋ ਮਿੱਟੀ ਹੈ ਵੱਖ-ਵੱਖ ਸਟੇਟਾਂ ਦੇ ਖੇਤਾਂ ਦੇ ਵਿੱਚੋਂ ਲਿਆਂਦੀ ਤਾਂ ਕਿ ਕਿੰਨੀ ਕੁ ਉਪਜਾਊ ਸ਼ਕਤੀ ਘਟੀ ਹੈ ਤੇ ਕਿੰਨੀ ਕੁ ਮਾਤਰਾ ਅਸੀਂ ਵਧਾ ਕੇ ਉਹਨੂੰ ਉਪਜਾਊ ਦੁਬਾਰਾ ਕਰ ਸਕਦੇ। ਪੰਜਾਬੀ ਚ ਹੀ ਕਹੀਏ
ਤਰੀਕੇ ਤਾਂ ਇਹ ਇਹਨਾਂ ਦਾ ਜਿਹੜਾ ਕਿ ਪੂਰਾ ਪ੍ਰੋਸੀਜਰ ਹੈਗਾ ਕਿ ਗੋਲ ਕਰਨਾ ਚਾਹੁੰਦੇ ਨੇ 2035 ਤੱਕ ਕਿ ਜਿੰਨੇ ਸਾਲਾਂ ਦੇ ਵਿੱਚ ਸਾਡੀ ਉਪਜਾਊ ਸ਼ਕਤੀ ਜ਼ਮੀਨ ਦੀ ਘਟੀ ਹੈ ਤਾਂ ਉਹਨੂੰ ਕਿਸ ਤਰੀਕੇ ਦੇ ਨਾਲ ਵਧਾਇਆ ਜਾਵੇ ਤਾਂ ਜੋ ਜਿਸ ਤਰੀਕੇ ਦੇ ਨਾਲ ਹੁਣ ਬਿਮਾਰੀਆਂ ਵੱਧ ਤੋਂ ਵੱਧ ਵਧਣ ਲੱਗ ਗਈਆਂ ਉਹ ਕਾਰਨ ਸਿਰਫ ਭੋਜਨ ਖਾਣਾ ਹੀ ਹੈਗਾ। ਮੇਰਾ ਕਹਿਣਾ ਸਹੀ ਹੈ ਜੀ? ਬਿਲਕੁਲ ਠੀਕ ਕਹਿ ਰਹੇ ਹੋ। ਬਿਲਕੁਲ, ਕਿਉਂਕਿ ਜੇ ਅਸੀਂ ਦੇਖੀਏ ਤਾਂ ਬਿਮਾਰੀਆਂ ਸਾਨੂੰ ਜ਼ਿਆਦਾਤਰ weight ਤੋਂ ਹੁੰਦੀਆਂ ਨੇ। ਇੱਕ ਕੈਂਸਰ ਵੱਧ ਗਏ ਨੇ, ਬਹੁਤ ਬਿਮਾਰੀਆਂ ਵਧਣ ਦਾ ਕਾਰਨ ਸਾਡੀ ਜਿਹੜੀ ਕਿ ਉਪਜਾਊ ਸ਼ਕਤੀ ਘਟੀ ਤੇ ਜ਼ਹਿਰੀਲੀ ਜਿਹੜੀਆਂ ਵਸਤੂਆਂ ਸਾਨੂੰ ਉਹ ਮਿਲ ਰਹੀਆਂ ਹੈਗੀਆਂ। ਸਿਕਰੀ ਫਾਰਮ ਦੇ ਵਿੱਚ ਕਿਸ ਤਰੀਕੇ ਦੇ ਨਾਲ ਜੈਵਿਕ ਖਾਦ ਤਿਆਰ ਕੀਤੀ ਜਾਂਦੀ ਹੈ, ਵਰਮਿੰਗ ਕੰਪੋਸਟ ਜਿਹੜੀ ਕਿ ਕੇਚੂਆ ਖਾਦ ਬੋਲਦੇ ਹਾਂ ਅਸੀਂ। ਸਾਡੇ ਨਾਲ ਇਸ ਜਿਹੜੇ ਸਿਕਰੀ ਫਾਰਮ ਦੇ EMPLOYEES ਮੌਜੂਦ ਆ ਜਿਹੜੇ ਕਿ ਬੜਾ ਵੱਡਾ ਫਾਰਮ ਹੈ ਤੇ ਕਿਸ ਤਰੀਕੇ ਦੇ ਨਾਲ ਖਾਦ ਨੂੰ ਤਿਆਰ ਕੀਤਾ ਜਾਂਦਾ ਹੈ ਜਿਹਦੇ ਨਾਲ ਆਰਗੈਨਿਕ ਖੇਤੀ ਹੋ ਸਕੇ। ਤਾਂ ਇਹ ਤਾਂ ਸਾਨੂੰ ਦੱਸਣਗੇ ਗੌਰਵ ਜੀ। ਇੱਧਰ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੇ ਵੱਡੇ ਤੇ ਸ਼ੈੱਡ ਲੱਗੇ ਹੋਏ ਨੇ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਖਾਦ ਜਿਹੜੀ ਉਹ ਪਾਈ ਗਈ, ਉਹ ਤਿਆਰ ਕੀਤੀ ਗਈ, ਕੀ ਉਹਦਾ ਪ੍ਰੋਸੈਸ ਹੈਗਾ ਉਹ ਜਾਣਾਂਗੇ ਜੀ। ਗੌਰਵ ਜੀ ਸਾਨੂੰ ਜ਼ਰੂਰ ਦੱਸੋ, ਤੁਸੀਂ ਇੱਥੇ ਵੀ ਰੱਖਿਆ ਹੋਇਆ ਕੇਚੂਆ ਜਿੱਥੇ ਗੱਲ ਕਰਦੇ ਆ ਤਾਂ ਸਾਨੂੰ ਗੌਰਵ ਜੀ ਦੱਸਣਗੇ ਕਿ ਕੇਚੂਆ ਨਾਲ ਕਿਸ ਤਰੀਕੇ ਨਾਲ ਖਾਦ ਤਿਆਰ ਕਰਦੇ ਆ ਜੀ। लगा हुआ माइक। साडा फर्स्ट स्टेप है रॉ मटेरियल, वो गौशालों से परचेज हो जाता है। तो हमने एक डंपिंग यार्ड बनाया, उसमें क्या होता है कि फर्स्ट स्टेप उसमें कच्चापन होता है, उसके लिए हमने डंपिंग यार्ड बनाया हुआ है। तो उस पर टर्निंग करते हैं, उसके बाद हम इसको प्रोसेस में लेके आते हैं जी। ਲੋਕ ਇਹ ਵੀ ਦੇਖਣਾ ਚਾਹੁੰਦੇ ਆ ਕਿ ਕਿਸ ਤਰੀਕੇ ਦੇ ਨਾਲ ਜੈਵਿਕ ਖਾਦ ਤਿਆਰ ਕੀਤੀ ਜਾ ਸਕਦੀ ਹੈ। ਦੇਖੋ ਇਹਨਾਂ ਨੇ ਹੱਥ 'ਚ ਚੁੱਕ ਲਿਆ ਔਰ ਦੇਖੋ ਇਹਦੇ ਵਿੱਚ ਕਿਸ ਤਰ੍ਹਾਂ ਗੰਡੋਏ ਕਹਿੰਦੇ ਨੇ, ਗੰਡੋਏ ਕੇਚੂਆ ਜਿਸ ਤਰ੍ਹਾਂ ਬੋਲ ਲੈਂਦੇ ਆ ਨਾ ਜੀ। ਜੀ ਜੀ। ਸੋ ਇਹਨਾਂ ਨਾਲ ਖਾਦ ਤਿਆਰ ਕਰਦੇ ਹੋ ਤੁਸੀਂ? हाँ जी, तो 25 दिन लगते हैं प्रोसेस। 25 दिन लगते जी। हैं। तो जैसे तैयार होता है फिर इसकी टर्निंग वगैरह करके ग्रेडिंग पैकिंग ये कर बहुत शेड बनाए हुए सब में ऐसे ही लगाया हुआ है। हाँ जी हाँ जी। ये ऊपर पराली वगैरह क्यों डालते हैं? ये पराली इसलिए एक तो इसमें नमी बनी रहती है और एक इनको अंधेरा पसंद होता है। इसके लिए एक स्प्रिंकलर लगे हैं, जो फोगर्स लगे हैं, जो इसको स्प्रे करते हैं पानी। केचुआ को पसंद होता है? हाँ जी, नहीं इसको स्प्रे करने के लिए फोगर्स नमी ठंडक देते हैं इसमें जो। ओके, मतलब कि पहले आप ਦਰਸ਼ਕੋ ਗੋਬਰ ਦੀ ਜੇ ਗੱਲ ਕਰਦੇ ਆ ਤਾਂ ਗੋਬਰ ਦੇ ਵਿੱਚ ਇਹ ਕੇਚੂਏ ਨੂੰ ਛੱਡ ਕੇ ਖਾਦ ਤਿਆਰ ਕੀਤੀ ਜਾਂਦੀ ਹੈ ਜਿਸ ਤਰੀਕੇ ਦੇ ਨਾਲ ਸਾਡੀ ਸਮਝ ਦੇ ਵਿੱਚ ਆਇਆ। ਤਾਂ ਇਹ ਪਲਾਂਟਸ ਤੁਸੀਂ ਦੇਖ ਸਕਦੇ ਹੋ ਜੀ। ਪ੍ਰੋਸੈਸ ਸਟਾਰਟਿੰਗ 'ਚ ਕਿਵੇਂ ਹੁੰਦਾ, ਮਤਲਬ ਕਿ ਇਹ ਜਾਣਨਾ ਚਾਹੁੰਦੇ ਆ ਵੀ ਕਿੱਥੋਂ ਤਿਆਰ ਹੁੰਦੀ ਹੈ? जैसे ये तैयार हो जाएगा तो इसको हमने फैलाया हुआ है, तो इसमें इसको सुखाने के लिए इसमें हवा लग जाए तो जिससे इसमें ग्रेडर्स में से ही छन चल सके। ਜੀ ਪਹਿਲਾਂ ਜਦੋਂ ਸਟਾਰਟਿੰਗ 'ਚ ਲੈ ਕੇ ਆਉਂਦੇ ਆ ਗੋਹੇ ਦੀ ਅਸੀਂ ਕਹਿ ਸਕਦੇ ਤਿਆਰ ਕਰਦੇ ਆ? नहीं गोबर आता है। हाँ जी, पंजाबी च तो गोहा ही कहते हैं। जी। अच्छा, गोबर से जी जी तैयार होती है जी। सबसे पहले गोबर कहाँ आता है? गौशालों से लेके आए उसको डंपिंग यार्ड बनाए हुए वहाँ पे डंप करते हैं। 10 दिन के प्रोसेस के बाद यहाँ पे हमने बेड्स बनाए हुए हैं। मतलब कि 10 दिन पहले उन वहाँ पे ऐसे ही रखते हैं? जी जी जी। उसके बाद 20-25 दिन यहाँ पड़ती हाँ है जी। उसके बाद तैयार होती है? उसके बाद तैयार होकर इसको फिर दोबारा फैलाया जाता है, इससे मॉइस्चर उड़ाने ताकि ये सूख जाए, फिर इसकी पैकिंग करते हैं हम। जी। ये जो फैक्ट्रीज लगी हुई है इसमें क्या होता है? इसमें पैकिंग करते हैं। ओके, इसी में से तैयार होती है फिर? हाँ, ये जैसे तैयार हो गया फिर इसको अंदर डंप कर लेंगे, स्टॉक कर लेंगे, फिर इसकी पैकिंग करते हैं। और ये उठा रहे हैं, ये बन चुकी है अब? नहीं, ये इसमें वेस्टेज निकलते हैं। वेस्टेज होती है और ये भी काम आती है? हाँ ਜੀ ਜੀ ਜੀ। ਸੋ ਦਰਸ਼ਕੋ ਤੁਸੀਂ ਦੇਖ ਸਕਦੇ ਕਿ ਜਿਹੜੀ ਵੇਸਟੇਜ ਵੀ ਹੁੰਦੀ ਹੈ ਇਹਦੀ ਉਹ ਵੀ ਕੰਮ ਆਉਂਦੀ ਹੈ, ਜਿਸ ਤਰ੍ਹਾਂ ਸ਼ੂਗਰ ਕੈਨ ਕਹਿ ਸਕਦੇ ਕਮਾਦ ਉਗਾਉਣ ਦੇ ਵਿੱਚ ਕੰਮ ਆਉਂਦੀ ਹੈ। ਇੱਧਰ ਤੁਸੀਂ ਦੇਖ ਸਕਦੇ ਹੋ ਬਹੁਤ ਤਗੜੀਆਂ ਮਸ਼ੀਨਾਂ ਲਾਈਆਂ ਹੋਈਆਂ ਆ ਇਹਦੀ ਮੈਨੂਫੈਕਚਰਿੰਗ ਵਾਸਤੇ। ਤੁਸੀਂ ਦੇਖੋ ਬਾ ਕਮਾਲ ਇਹ ਫਾਰਮ ਹੈ ਜਿਹਦੇ ਵਿੱਚ ਜੈਵਿਕ ਖਾਦ ਤਿਆਰ ਕੀਤੀ ਜਾਂਦੀ ਹੈ। ਅਕਸਰ ਸੰਸਾਰ ਦੇ ਵਿੱਚ ਜੇ ਖੇਤੀ ਦੀ ਗੱਲ ਕਰਦੇ ਹਾਂ, ਜ਼ਮੀਨਾਂ ਦੀ ਗੱਲ ਕਰਦੇ ਹਾਂ ਤਾਂ ਜ਼ਮੀਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜ਼ਹਿਰੀਲੀਆਂ ਦਵਾਈਆਂ ਪਾ ਕੇ ਅਸੀਂ ਤਬਾਹ ਕਰਦੇ ਜਾਂਦੇ ਹਾਂ। ਪਰ ਇੱਥੇ ਤੁਸੀਂ ਦੇਖੋ ਕਿ ਵੱਡੇ ਪਲਾਂਟ ਲਾ ਕੇ ਵੱਡੀਆਂ ਮਸ਼ੀਨਾਂ ਲਾ ਕੇ ਜੈਵਿਕ ਖਾਦ ਤਿਆਰ ਕੀਤੀ ਜਾਂਦੀ ਤਾਂ ਜੋ ਖੇਤੀ ਦੀ ਉਪਜਾਊ ਸ਼ਕਤੀ ਵੱਧ ਸਕੇ ਤੇ ਨਾਲ ਹੀ
ਜੋ ਅੱਜ ਸਾਨੂੰ ਜ਼ਹਿਰ ਪਰੋਸਿਆ ਜਾ ਰਿਹਾ ਹੈ, ਚਾਹੇ ਉਹ ਕਣਕ ਚਾਹੇ ਸਬਜ਼ੀਆਂ ਦੇ ਵਿੱਚ ਆ, ਤਾਂ ਉਹ ਵਧੀਆ ਤਰੀਕੇ ਦੇ ਨਾਲ ਜਿਹੜੀ ਕਿ खेती हो सके। जी जी, ये आप पूरे अपने लगाए हुए यहाँ पे। जेसीबी से डालेंगे तो जेसीबी ऊपर बेल्ट कन्वे से होता हुआ है। एक बार ग्रेडिंग दो इसकी 2 टाइम होती है, एक तो 20 mm की जाली से और एक 4 mm की जाली से। ओके। तो जैसे ही प्रोसेस में आता है फिर आगे इसे कन्वेयर से होता हुआ आगे नेक्स्ट स्टेप पे चलते हैं। मतलब कि जब आप डंप करते हैं वहाँ पे फिर सूखने के लिए थोड़ा रखते हैं। हाँ, उसमें ताकि जो ग्रेडर है उसमें से छन सके, क्योंकि इसमें मॉइस्चर होगा तो वो सारा वेस्टेज बाहर निकलता रहेगा इससे। ओके, फिर यहीं से आप वहाँ पे लगाते हैं या उधर से इधर लेके आते हैं? नहीं, शेड से यहाँ आएगा। शेड से यहाँ जी, आएगा जी। फिर, और ये मतलब कि मशीनों में लगेगा और फिर इसकी मैन्युफैक्चरिंग। हाँ, वो बैग में पैक होता रहेगा ਜੀ ਸੋ ਦਰਸ਼ਕੋ, ਬੈਗ ਤੁਹਾਨੂੰ ਦਿਖਾ ਦਿੰਨੇ ਆ, ਗੱਟੇ ਆਪਾਂ ਕਹਿੰਦੇ ਪੰਜਾਬੀ ਦੇ ਵਿੱਚ, ਤੇ ਉਹਦੇ ਵਿੱਚ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਪੈਕ ਕੀਤੀ ਹੋਈ ਵੀ ਅਸੀਂ ਜ਼ਰੂਰ ਦੇਖਾਂਗੇ ਕਿ ਹੁਣ ਜਿਹੜੀ ਤਿਆਰ ਕੀਤੀ ਗਈ ਹੈ ਇੱਥੋਂ ਤੱਕ ਕਿ ਵੱਖ-ਵੱਖ ਸਟੇਟਾਂ ਦੇ ਵਿੱਚ ਇੱਥੋਂ ਭੇਜੀ ਜਾਂਦੀ ਹੈ। ਦੇਖੋ ਇੱਥੇ ਸੇਬ ਬਣਿਆ ਹੋਇਆ ਹੈ ਔਰ ਇੱਧਰ ਤੁਸੀਂ ਦੇਖ ਸਕਦੇ ਹੋ। जी जी, इधर और भी गौरव जी, हम जानना चाहते हैं ये हर एक पे किसी पे सब्जियां बनी हुई है, किसी पे एप्पल बना हुआ, मतलब कि ये खाद तय करती है कि किस किस चीज़ों में कैसे कैसे? ये खाद को आप कोई भी फसल में भी डाल सकते हैं, आप घर में गमले हैं, पेड़ पौधे हैं, उसमें भी डाल सकते हैं। लेकिन ये ऊपर मतलब अलग अलग क्यों बना हुआ, फिर ऊपर लिखा हुआ? एप्पल वेल्ट में जाता है तो उसमें हाँ। वेजिटेबल्स में भी जाता है हमारा, तो हाँ। उसमें उनके अलग ओके, ਸੋ ਇਧਰ ਦੇਖੋ ਤੁਸੀਂ, ਸਿਕਰੀ ਫਾਰਮ ਹੈਗਾ ਆ ਤੇ ਉੱਪਰ ਲਿਖਿਆ ਵੀ ਹਰ ਇੱਕ ਦੇ ਗੱਟੇ ਦੇ ਉੱਪਰ ਸਿਕਰੀ ਲਿਖਿਆ ਹੋਇਆ। ਇੱਥੋਂ ਮੈਨੂਫੈਕਚਰਿੰਗ ਹੁੰਦੀ ਆ, ਤੁਸੀਂ ਦੇਖ ਸਕਦੇ ਹੋ। ਇੱਧਰ ਵੱਡੇ ਵੱਡੇ ਗੱਟੇ ਆ, ਫਿਰ ਕਿੱਥੇ ਕਿੱਥੇ ਸਪਲਾਈ ਹੁੰਦਾ ਇਹ ਜਿਹੜੀ? ये लोग हमारा फार्मर्स के लिए जा रहा है, जैसे हिमाचल कश्मीर हो गया, दिल्ली हो गया और राजस्थान तक जाता है। राजस्थान तक जाता है। फिर मतलब कि आप ही यहाँ से एक्सपोर्ट करते हैं? हाँ जी, मतलब ऑर्डर्स आते हैं तो हम यहाँ से ट्रांसपोर्ट वगैरह अरेंज करके उनको डिलीवर करा देते हैं। तो दर्शकों, ये प्रोसैस ਤੁਸੀਂ ਦੇਖ ਸਕਦੇ ਹੋ। ਇੱਕ ਪਾਸੇ ਵਰਕਸ਼ਾਪ ਵੀ ਹੈ ਤਾਂ ਕਿ ਮਸ਼ੀਨਾਂ ਦੀ ਜੇ ਮੇਨਟੇਨੈਂਸ ਕਰਨੀ ਹੋਵੇ ਤਾਂ ਉਹ ਵੀ ਤੁਸੀਂ ਵਧੀਆ ਤਰੀਕੇ ਨਾਲ ਇੱਥੇ ਦੇਖ ਸਕਦੇ ਹੋ। ਔਰ ਦੇਖੋ ਧਾਗਾ ਵੀ ਆਪਣਾ ਲਾਇਆ ਹੋਇਆ, ਕਿਸ ਤਰ੍ਹਾਂ ਗੱਟੇ ਨੂੰ ਆਪਾਂ ਬੰਦ ਕਰਨਾ ਹੈਗਾ ਆ। ਔਰ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਛੋਟੇ ਛੋਟੇ ਆਂਚ ਕਿਉਂ ਪਾਇਆ ਹੋਇਆ ਥੋੜਾ? ये 5 kg की पैकिंग है जो नर्सरियों के लिए तैयार हो रहा अच्छा, है। नर्सरियों के लिए तैयार होती है। नर्सरी वाले भी यहीं से लेके जाते जी। हैं और वो अच्छे अच्छे प्लांट बनाकर है ना पे हाँ जी, वो बेचते हैं आगे फिर। ये सिकरी के नाम से हमारा पाउच है। हाँ, वर्मिंग कंपोस्ट लिखा हुआ दर्शकों ਤੁਸੀਂ ਦੇਖ ਸਕਦੇ ਹੋ। ऑर्गेनिक 100%, ਇਹ ਨਹੀਂ ਕਿ ਅਸੀਂ ਕਹਿੰਦੇ 20% 30%, तो पूरा 100% ਦਿੱਤਾ ਹੋਇਆ ਹੈ। ਤਾਂ ਇਹਨਾਂ ਦੀ ਤੁਹਾਡੀ ਗਾਰੰਟੀ ਹੁੰਦੀ ਹੈ ਫਿਰ ਪੂਰੀ? जी, ਫਸਲਾਂ ਕਿੰਨੀਆਂ ਕੁ ਵਧੀਆ ਹੋਈਆਂ ਫਿਰ? आप ट्राई कीजिए, आपको खुद पता लगेगा। ਜੀ ਸੋ ਦਰਸ਼ਕੋ, ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀ ਕਿਸ ਤਰੀਕੇ ਦੇ ਨਾਲ 50 kg का ਕੰਪੋਸਟ। ਜੀ ਜੀ, ਇਹ 50 kg का जी। डिमांड हर एक तरह की होती है। हाँ, जैसे घरों में जाना है तो 5 kg का चाहिए, अगर फार्मर के यूज़ के लिए तो 50 kg नॉर्मल है। ਸੋ ਦਰਸ਼ਕੋ, ਤੁਸੀਂ ਦੇਖ ਸਕਦੇ ਹੋ ਇਹ ਐਪ ਮਤਲਬ ਕਿ ਹਰ ਇੱਕ ਚੀਜ਼ ਦੇ ਵਿੱਚ ਯੂਜ਼ ਹੋ ਸਕਦਾ ਆ ਤੇ 100% ਆਰਗੈਨਿਕ ਹੈ। ਔਰ ਤੁਸੀਂ ਤਿਆਰ ਵੀ ਤਾਂ ਦੇਖਿਆ ਕਿੱਦਾਂ ਹੁੰਦੀ ਪਈ ਹੈ ਕਿ ਬਹੁਤ ਸਮਾਂ ਵੀ ਲੱਗਦਾ ਇਹਨੂੰ ਤਿਆਰ ਕਰਨ ਦੇ ਵਿੱਚ, ਪਰ ਰਿਜ਼ਲਟ ਜਿਹੜਾ ਉਹ ਕਹਿੰਦੇ 100% ਹੈ, ਕਿਉਂਕਿ ਜੈਵਿਕ ਖਾਦ ਗੰਡੋਇਆਂ ਤੋਂ ਤਿਆਰ ਕੀਤੀ ਜਾਂਦੀ ਹੈ। ਜਿਹੜੇ ਗੋਹਾ ਅਸੀਂ ਰੂੜੀਆਂ ਤੇ ਕਈ ਵਾਰ ਪਿਆ ਦੇਖਿਆ, ਪਰ ਇਹਨਾਂ ਨੇ ਉਹੀ ਇਸਤੇਮਾਲ ਕਰਕੇ ਉਹਨੂੰ ਖਾਦ ਬਣਾ ਕੇ ਤੇ ਲੋਕਾਂ ਤੱਕ ਪਹੁੰਚਾ ਰਹੇ ਨੇ। ਦਰਸ਼ਕੋ, ਜਿੱਥੇ ਸਿਕਰੀ ਫਾਰਮ ਪਹੁੰਚੇ ਹੋਏ ਸੀ ਉੱਥੇ ਹੀ ਸਾਡੇ ਨਾਲ ਇਸ ਸਿਕਰੀ ਫਾਰਮ ਦੇ ਮਾਲਿਕ ਕਰਨ ਸਿਕਰੀ ਜੀ ਮੌਜੂਦ ਆ। ਕਿਸ ਤਰੀਕੇ ਦੇ ਨਾਲ ਇਹਨਾਂ ਨੇ ਛੋਟੇ ਪੱਧਰ ਤੋਂ ਕੰਮ ਸ਼ੁਰੂ ਕੀਤਾ ਤੇ ਅੱਜ ਕਹਿ ਸਕਦੇ ਕਿ ਸਿਕਰੀ ਫਾਰਮ ਇੱਕ ਬ੍ਰਾਂਡ ਬਣ ਚੁੱਕਾ ਹੈ, ਚਾਹੇ ਉਹ ਕਿਸੇ ਵੀ ਖੇਤਰ ਦੇ ਵਿੱਚ ਹੋਵੇ। ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਨਹੀਂ ਦੋ ਨਹੀਂ, ਇੱਥੇ ਮੈਗਜ਼ੀਨ ਵੀ ਤੁਸੀਂ ਦੇਖ ਸਕਦੇ ਹੋ, ਟਾਈਮਸ ਪੱਤਰਿਕਾ ਸਿਕਰੀ ਦੇ ਨਾਮ ਤੇ ਹੈਗੀਆਂ। ਹੋਰ ਵੀ ਇਹਨਾਂ ਦੇ ਜਿਹੜੇ ਫਾਰਮਸ ਦੇ ਕਈ ਕਹਿ ਸਕਦੇ ਬੁੱਕਸ ਵਗੈਰਾ ਛਪੀਆਂ ਹੋਈਆਂ, ਉਹ ਵੀ ਤੁਸੀਂ ਦੇਖ ਸਕਦੇ ਹੋ। ਔਰ ਜਦੋਂ ਅਸੀਂ ਕਰਦੇ ਹਾਂ ਫਾਰਮਿੰਗ ਕੰਪੋਸਟ ਦੀ ਗੱਲ ਕਿ ਕਿਸ ਤਰੀਕੇ ਦੇ ਨਾਲ ਤਿਆਰ ਕੀਤੀ ਜਾਂਦੀ ਹੈ, ਉਹ ਵੀ ਤੁਹਾਨੂੰ ਦਿਖਾਵਾਂਗੇ। ਪਰ ਉਸ ਤੋਂ ਪਹਿਲਾਂ ਗੱਲ ਕਰਦੇ ਹਾਂ ਕਰਨ ਸਿਕਰੀ ਜੀ ਦੇ ਨਾਲ। ਇੱਕ ਕਿਸਾਨ ਵੀ ਨੇ ਤੇ ਅੱਜ ਜੈਵਿਕ ਖਾਦ ਦੇ ਵਿੱਚ ਕਹਿ ਸਕਦੇ ਇਹਨਾਂ ਦਾ ਇੱਕ ਨਾਮ ਹੈਗਾ ਕਿ ਕਿਸ ਤਰੀਕੇ ਦੇ ਨਾਲ ਅਸੀਂ ਮਿੱਟੀ ਨੂੰ ਉਪਜਾਊ ਬਣਾਉਣ ਦੇ ਲਈ ਜੈਵਿਕ ਖਾਦ ਕਿੰਨੀ ਜ਼ਰੂਰੀ ਹੈ। ਸਵਾਗਤ ਕਰਦੇ ਇਹਨਾਂ ਦਾ ਰੋਜ਼ਾਨਾ ਸਪੋਕਸਮੈਨ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਰਨ ਜੀ,
ਗੱਲ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਬਾਰੇ ਹੀ ਜਾਣਨਾ ਚਾਹੁੰਦੇ ਆ। ਐਜੂਕੇਟਡ ਹੋ, ਅੱਛੇ ਪੜ੍ਹੇ ਲਿਖੇ ਹੋ, ਪਰ ਇਸ ਲਾਈਨ ਦੇ ਵਿੱਚ ਕਿਵੇਂ ਆਵੇਂ, ਕਿਵੇਂ ਤੁਸੀਂ ਆਪਣਾ ਇਹ ਸਫ਼ਰ ਜਿਹੜਾ ਸ਼ੁਰੂ ਕੀਤਾ? ਐਵੇਂ ਹੈ ਜੀ, ਮੈਂ ਤੇ 3rd ਜਨਰੇਸ਼ਨ ਫਾਰਮਰ ਜੀ ਹੈਗਾ ਵਾਂ। ਅਸੀਂ ਪੰਜਾਬ ਤੋਂ ਬਿਲੋਂਗ ਕਰਨੇ ਆ ਵੈਸੇ, ਜੀ, ਤੇ ਉਹ ਪੰਜਾਬ ਦਾ ਹਿੱਸਾ ਹੁਣ ਪਾਕਿਸਤਾਨ, ਇਹ ਵੀ ਪੰਜਾਬੀ ਹੈ ਜੀ, ਬਿਲਕੁਲ ਪੰਜਾਬ ਕੋਲ ਚਲਾ ਗਿਆ। ਤੇ ਇਹ ਵੀ ਪੰਜਾਬ ਹੀ ਟੱਚ ਹੈਗਾ ਸਾਡੀ ਬੈਲਟ। ਤੇ ਸਾਡੀ ਵੈਸੇ ਜਿਹੜੀ ਪਹਿਲੀ ਸੀ ਉਹ ਹੁਸ਼ਿਆਰਪੁਰ ਸੀ, ਜੀ, ਤੇ ਇੱਕ ਸਾਨੂੰ ਲੈਂਡ ਅਲਾਟ ਹੋਈ ਸੀ ਇੱਥੇ ਸ਼ਾਹਬਾਦ। ਓਕੇ, ਉਹ ਲੈਂਡ ਅਸੀਂ ਫੈਮਿਲੀ ਦਾ ਮੈਟਰ ਸੀ, ਫੈਮਿਲੀ ਲੈਂਡ ਸੀ, ਤੇ ਉਹ ਸਾਨੂੰ ਨਹੀਂ ਰੱਖ ਪਾਇਆ ਸੀ। ਤੇ ਇਹਦੇ ਇਸ ਲੈਂਡ ਵਿੱਚ ਮੇਰੇ ਫਾਦਰ 1970 ਚ ਆ ਗਏ ਸੀ। 1970 ਵਿੱਚ ਉਹਨਾਂ ਨੇ ਇੱਥੇ ਫਾਰਮਿੰਗ ਸਟਾਰਟ ਕੀਤੀ। ਤੇ 2004 ਵਿੱਚ ਮੈਨੂੰ ਐਵੇਂ ਮਹਿਸੂਸ ਹੋਇਆ ਕਿ ਕੁਝ ਕਰਨਾ ਚਾਹੀਦਾ ਹੈ, ਕੁਝ ਆਪਣੀ ਸੋਇਲ ਵਾਸਤੇ, ਆਪਣੀ ਭੂਮੀ ਵਾਸਤੇ, ਆਪਣੀ ਲਾਈਫ ਵਾਸਤੇ ਕੁਝ ਕਰਨਾ ਚਾਹੀਦਾ ਹੈ। ਤੇ ਮੈਂ ਇੱਥੇ ਆ ਗਿਆ। ਉਦੋਂ ਮੇਰੀ ਉਮਰ ਜਿਹੜੀ ਸੀ ਉਹ 18 ਸਾਲ ਸੀ। ਤੇ ਮੈਂ ਆਪਣੀ ਜਿਹੜੀ ਐਜੂਕੇਸ਼ਨ ਹੈਗੀ ਏ ਉਹ ਵੀ ਮੈਂ ਕੋਰਸਪੋਂਡੈਂਸ ਤੋਂ ਕੀਤੀ, ਦਿੱਲੀ ਤੋਂ। ਪਹਿਲਾਂ ਅਸੀਂ ਦਿੱਲੀ ਰਹਿੰਦੇ ਸੀ, ਫਾਦਰ ਇੱਥੇ ਹੀ ਫਾਰਮਿੰਗ ਕਰਦੇ ਰਹਿੰਦੇ ਸੀ, ਤੇ ਅਸੀਂ ਉਹਨਾਂ ਨੂੰ ਜੁਆਇਨ ਕੀਤਾ। ਉਦੋਂ ਬਾਅਦ ਹੁਣ ਇੱਥੇ ਜਦੋਂ ਕੰਡੀਸ਼ਨਸ ਵੇਖੀਆਂ ਤੇ ਲੱਗਿਆ ਕਿ ਵੀ ਪਹਿਲਾ ਜਿਹੜਾ ਹੈਗਾ ਸੋਇਲ ਜਿਹੜਾ ਹੈਗਾ ਸਭ ਤੋਂ ਵੱਡਾ ਮੈਟਰ ਹੈਗਾ। ਵੈਸੇ ਵੀ ਗੁਰੂਆਂ ਨੇ ਕਿਹਾ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਤੇ ਹੁਣ ਉਸ ਖੇਤੀ ਨੂੰ ਉੱਤਮ ਬਣਾਉਣ ਵਾਸਤੇ ਅਸੀਂ ਪਹਿਲਾਂ ਆਪਣੀ ਖਾਦ ਦਾ ਨਾਮ ਵੀ ਉੱਤਮ ਖਾਦ ਰੱਖਿਆ ਜਦੋਂ ਬਣਾਈ, ਉੱਤਮ ਖਾਦ। ਕੀ ਬਾਤ ਹੈ। ਹਾਂਜੀ ਜੀ। ਤੇ ਇੱਕ ਸਫ਼ਰ ਸੀ 2004 ਤੋਂ, ਜਦੋਂ ਨਾ ਸਾਡੇ ਕੋਲ ਕੋਈ ਮਸ਼ੀਨਾਂ ਸਨ, ਨਾ ਕੋਈ ਟੈਕਨੋਲੋਜੀ ਸੀ, ਨਾ ਕੁਝ ਨੌਲੇਜ ਸੀ। ਤੇ ਆਪਣੇ ਵਾਸਤੇ ਹੀ ਅਸੀਂ ਸੋਇਲ ਨੂੰ ਠੀਕ ਕਰਨ ਵਾਸਤੇ ਇਹ ਖਾਦ ਨੂੰ ਬਣਾਉਣਾ ਸ਼ੁਰੂ ਕੀਤਾ। ਇਹ ਕੇਂਚੂਏ ਤੋਂ, ਗੰਡੋਇਆ ਤੋਂ ਬਣਦੀ ਹੈ ਖਾਦ। ਤੁਸੀਂ ਸਿੱਖਿਆ ਵੀ ਸੀ ਪਹਿਲਾਂ ਕਿਸੇ ਤੋਂ? ਹਾਂਜੀ ਮੈਮ, ਅਸੀਂ ਟ੍ਰੇਨਿੰਗ ਲਿੱਤੀ। ਮੈਂ ਖਾਦੀ ਗ੍ਰਾਮ ਉਦਯੋਗ ਤੋਂ ਵੀ ਟ੍ਰੇਨਿੰਗ ਲਿੱਤੀ, ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਵੀ ਟ੍ਰੇਨਿੰਗ ਲਿੱਤੀ, ਤੇ ਸਾਡਾ ਜਿਹੜਾ ਡਿਪਾਰਟਮੈਂਟ ਹੈਗਾ ਐਗਰੀਕਲਚਰ ਦਾ, ਹਾਰਟੀਕਲਚਰ ਦਾ, ਉਦੋਂ ਵੀ ਟ੍ਰੇਨਿੰਗ ਲਿੱਤੀ। ਤੇ ਉਹ ਟ੍ਰੇਨਿੰਗ ਦੇ ਬਾਅਦ ਹੀ ਇਹ ਕੌਨਫੀਡੈਂਸ ਆਇਆ ਕਿ ਅਸੀਂ ਇਹਨੂੰ ਬਣਾ ਸਕਨੇ ਆ। ਮਗਰ ਬਹੁਤ ਛੋਟੇ ਸਕੇਲ ਦੇ ਮਾਡਲਸ ਅਵੇਲੇਬਲ ਸੀ, ਜਿਵੇਂ ਇੱਕ ਬੈੱਡ ਦਾ ਅਸੀਂ ਟਰਾਇਲ ਕਰ ਰਹੇ ਹਾਂ, ਇੱਕ ਬੈੱਡ ਤੋਂ ਅਸੀਂ 2 ਬੈੱਡ ਤੋਂ ਆਏ। ਅਸੀਂ ਇਹ ਜਿਵੇਂ ਛੱਪੜ ਪਾ ਕੇ ਝੌਂਪੜੀਆਂ ਵਿੱਚ ਅਸੀਂ ਇਹਨਾਂ ਨੂੰ ਰੱਖਿਆ, ਮਿਲੱਪਾਂ ਨੂੰ, ਉੱਥੇ ਅਸੀਂ ਇਹਨਾਂ ਦਾ ਪਾਲਣ ਪੋਸ਼ਣ ਕੀਤਾ। ਤੇ ਉਦੋਂ ਬਾਅਦ ਧੀਰੇ ਧੀਰੇ ਸਲੋਲੀ ਗ੍ਰੈਜੂਅਲੀ ਆਪਣੀ ਸੋਇਲ ਨੂੰ ਬੜੇ ਰਿਜ਼ਲਟ ਆਉਣ ਲੱਗ ਗਏ। ਫਸਲ ਵਧੀਆ ਹੋਈ। ਅਸੀਂ ਇੱਥੇ ਰਿਕਾਰਡ ਤੋੜ ਪ੍ਰੋਡਕਸ਼ਨ ਲਿੱਤੀ। ਭਾਵੇਂ ਗੰਨਾ ਸੀ, ਪੰਜਾਬ ਤੋਂ ਵੀ ਫਾਰਮਰਸ ਗੰਨਾ ਵੇਖਣ ਆਏ ਤੇ ਗੰਨੇ ਦਾ ਬੀਜ ਲੈ ਕੇ ਗਏ ਇੱਥੋਂ। ਉਹ ਬੀਜ ਦਾ ਨਾਮ ਵੀ ਪੈ ਗਿਆ S1 S2, ਮੈਨੂੰ ਯਾਦ ਹੈ 2010 ਵਿੱਚ ਬਹੁਤ ਮਸ਼ਹੂਰੀ ਹੋਈ। ਤੇ ਕਾਰਨ ਸੀ ਅਸੀਂ ਇਹ ਖਾਦ ਬਹੁਤ ਪਾ ਰਹੇ ਸੀ ਆਪਣੀ ਸੋਇਲ ਵਿੱਚ। ਤੇ ਅਸੀਂ ਵੇਖਿਆ ਜਿਹੜੇ ਨੈਚੁਰਲ ਆਰਗੈਨਿਜ਼ਮਸ ਨੇ, ਅਰਥਵਰਮਸ, ਉਹ ਵੀ ਆ ਗਏ ਨੇ ਸੋਇਲ ਵਿੱਚ। ਪਹਿਲਾਂ ਤੁਹਾਨੂੰ ਯਾਦ ਹੋਏਗਾ ਜਿਵੇਂ ਜਰਾ ਜੀ ਬਰਸਾਤ ਹੁੰਦੀ ਸੀ, ਇੱਕ ਖੁਸ਼ਬੂ ਆਉਂਦੀ ਸੀ ਸੋਇਲ ਤੋਂ, ਮਿੱਟੀ ਦੀ ਖੁਸ਼ਬੂ ਇੱਕ ਮਹਿਸੂਸ ਹੁੰਦੀ ਸੀ। ਉਹ ਹੁਣ ਬਿਲਕੁਲ ਖਤਮ ਹੋ ਗਈ ਹੈ, ਕਿਉਂਕਿ ਅਸੀਂ ਇੰਨਾ ਯੂਰੀਆ ਪਾ ਦਿੱਤਾ ਹੈ ਕਿ ਓਵਰਲੋਡ ਕਰ ਦਿੱਤਾ ਹੈ, ਫਲੱਡ ਕਰ ਦਿੱਤਾ ਹੈ, ਸ਼ਕਤੀ ਘਟ ਗਈ। ਹਾਂਜੀ। ਤੇ ਅਸੀਂ ਇਹ ਮਿਸ਼ਨ ਬਣਾਇਆ, ਆਪਣੀ ਸੋਇਲ ਨੂੰ ਠੀਕ ਕੀਤਾ। ਫਿਰ ਆਸ-ਪਾਸ ਦੀ ਸਟੇਟਾਂ ਵਾਲੇ ਆਣ ਲੱਗ ਗਏ, ਵੱਡੇ ਵੱਡੇ ਫਾਰਮਰਸ, ਗਰੋਵਰਸ, ਡੀਲਰਸ ਆਣ ਲੱਗ ਗਏ ਕਿ ਅਸੀਂ ਸਾਨੂੰ ਡੀਲਰਸ਼ਿਪ ਦਿਓ। ਅਸੀਂ ਇੱਕ ਇਹਨੂੰ ਨਾ ਕੋਸ਼ਿਸ਼ ਕੀਤੀ ਕਿ ਇੱਕ ਸਟੈਂਡਰਡ ਪ੍ਰੋਡਕਟ ਬਣਾ ਕੇ ਨਾ, ਇਹ ਬ੍ਰਾਂਡ ਬਣਾ ਕੇ ਅਸੀਂ ਫਾਰਮਰ ਤੱਕ ਸਹੀ ਕੁਆਲਿਟੀ, ਸਹੀ ਪ੍ਰਾਈਸਸ ਤੇ ਪਹੁੰਚਾਈਏ। ਕਿਉਂਕਿ ਅਸੀਂ ਖੁਦ ਇੱਕ ਕਿਸਾਨ ਆ, ਖੁਦ ਅਸੀਂ ਕਾਸ਼ਤਕਾਰ ਆ, ਖੁਦ ਜ਼ਿਮੀਦਾਰ ਆ। ਤੇ ਇਹ ਕੋਸ਼ਿਸ਼ ਸੀ ਪਹਿਲਾਂ ਆਪ ਹੀ ਕੀਤਾ, ਤੁਸੀਂ ਪ੍ਰੈਕਟੀਕਲ ਆਪ ਕੀਤਾ। ਵੇਖਿਆ ਆਪਣੀ ਸੋਇਲ ਨੂੰ ਠੀਕ ਹੁੰਦੇ, ਚਮਤਕਾਰ ਹੁੰਦੇ ਵੇਖਿਆ ਕਿ ਸੋਇਲ ਨਾ ਸਾਡੀ ਕਮਜ਼ੋਰ। ਫਾਦਰ ਸਾਹਿਬ ਕਹਿੰਦੇ ਸੀ ਕਿ ਜੀ ਸਾਡੀ ਨਾ ਜ਼ਮੀਨ ਹਲਕੀ ਹੈ। ਤੇ ਹਲਕੀ ਦਾ ਮੈਨੂੰ ਮਤਲਬ ਨਹੀਂ ਸਮਝ ਆਉਂਦਾ ਸੀ, ਹਲਕੀ ਕੀ ਕਹਿੰਦੇ ਨੇ। ਮਗਰ ਇੰਨਾ ਪ੍ਰੋਡਕਸ਼ਨ ਤੁਸੀਂ ਸਮਝੋ ਕਿ ਅਸੀਂ ਇੱਕ ਏਕੜ ਤੋਂ 40 ਕੁਇੰਟਲ ਦੀ ਝੋਨੇ ਦੀ ਅਸੀਂ ਪ੍ਰੋਡਕਸ਼ਨ ਲਿੱਤੀ। ਅਸੀਂ ਸ਼ੂਗਰ ਕੇਨ ਜਿਹੜਾ ਹੈਗਾ ਉਹ ਤੇ ਇੱਥੇ ਪੰਜਾਬ ਦੇ ਬੜੇ ਫਾਰਮਰਸ ਯੂਪੀ ਤੋਂ ਵੀ ਆਏ। 550 ਕੁਇੰਟਲ ਅਸੀਂ ਐਸੇ ਪ੍ਰੋਡਕਸ਼ਨ ਕੀਤਾ ਤੇ ਮੈਨੂੰ ਅਵਾਰਡ ਮਿਲੇ ਉਸ ਵਾਸਤੇ। ਮਗਰ ਸੱਚ ਦੱਸੀਏ ਤੇ ਮਾਰਕੀਟ ਵਿੱਚ ਨਾ ਕੋਈ ਵੀ ਐਵੇਂ ਦਾ ਪ੍ਰੋਡਕਟ ਅਵੇਲੇਬਲ ਨਹੀਂ ਸੀ। ਸਾਇੰਟਿਸਟ ਕਹਿੰਦੇ ਸੀ ਜੀ FYM डालो, FYM ਪਾਓ ਜੀ, ਕੁਰੜੀ ਦਾ ਖਾਦ ਪਾਓ। ਤੇ ਉਹ ਤੇ ਮਿਲਦਾ ਹੀ ਨਹੀਂ ਮਾਰਕੀਟ ਵਿੱਚ। ਜਦੋਂ ਮੈਂ ਮਾਰਕੀਟ ਵਿੱਚ ਗਿਆ ਨਵਾਂ ਤੇ ਉਹਨਾਂ ਨੇ ਕਿਹਾ ਜੀ ਇਹ ਤੇ ਖੁਦ ਹੀ ਤਿਆਰ ਕਰਨਾ ਪੈਂਦਾ ਹੈ। ਤੇ ਅਸੀਂ ਖੁਦ ਤਿਆਰ ਕੀਤਾ।
ਉਹ ਤਿਆਰ ਕਰਕੇ ਉਹਦੇ ਅੰਦਰ ਬੜੇ ਕਬਾੜ ਆ ਗਿਆ, ਬੜਾ ਵੀਡਸ ਆ ਗਏ, ਤੇ ਅਲਟੀਮੇਟਲੀ ਫਿਰ ਇਹ ਟੈਕਨੋਲੋਜੀ ਜਿਹੜੀ ਖਾਦ ਦੀ ਹੈਗੀ ਹੈ ਵਰਮੀ ਕੰਪੋਸਟ ਦੀ, ਇਹਦੇ ਨਾਲ ਸਾਨੂੰ ਬੜਾ ਰਿਜ਼ਲਟ ਆਏ, ਫਾਇਦਾ ਮਿਲਿਆ। ਤੇ ਹੁਣ ਦੂਰ ਦੂਰ ਦੇ ਸਟੇਟਾਂ ਤੋਂ ਲੋਕ ਆ ਕੇ ਉਹਨਾਂ ਨੇ ਡੀਲਰਸ਼ਿਪ ਲਿੱਤੀ ਤਾਂ ਕਿ ਉਹ ਆਪਣੇ ਪਿੰਡਾਂ ਵਿੱਚ, ਆਪਣੇ ਆਸ-ਪਾਸ ਦੇ ਏਰੀਆ 'ਚ ਇਹਨੂੰ ਡਿਸਟ੍ਰੀਬਿਊਟ ਕਰਨ। ਅਸੀਂ ਵੀ ਉਹ ਡਿਸਟ੍ਰੀਬਿਊਟਰਸ਼ਿਪ ਹੁਣ ਆਫਰ ਕਰ ਰਹੇ ਹਾਂ। ਰੀਸੈਂਟਲੀ ਹੁਣ ਅਸੀਂ ਪੰਜਾਬ ਸ਼ੁਰੂ ਕਰ ਰਹੇ ਹਾਂ ਜੀ, ਅੰਮ੍ਰਿਤਸਰ ਦੀ ਧਰਤੀ ਤੋਂ ਹੀ ਅਸੀਂ ਸ਼ੁਰੂਆਤ ਕਰ ਰਹੇ ਹਾਂ ਪੰਜਾਬ ਦੀ। ਨਤਮਸਤਕ ਹੋਏ ਹੋਗੇ ਫਿਰ ਦਰਬਾਰ ਸਾਹਿਬ? ਬਿਲਕੁਲ, ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਜੀ। ਇੱਥੋਂ ਸਾਡਾ ਜਿਹੜਾ ਮੁੰਡਾ ਹੈਗਾ ਉਹ ਹੁਣ ਉੱਥੇ ਦੀ ਮਾਰਕੀਟ ਸੰਭਾਲ ਰਿਹਾ ਹੈ। ਮਕਸਦ ਇਹ ਨਹੀਂ ਹੈਗਾ ਕਿ ਅਸੀਂ ਉਹਦੇ ਅੰਦਰ ਆਪਣਾ ਸਿਰਫ ਬਿਜ਼ਨਸ ਦਾ ਪੁਆਇੰਟ ਆਫ ਵਿਊ ਹੈਗਾ, ਮਕਸਦ ਹੈਗਾ ਕਿ ਅਸੀਂ ਇਹ ਜਿਹੜਾ ਮਿਸ਼ਨ ਬਣਾਇਆ ਸੇਵ ਸੋਇਲ, ਬਿਲਕੁਲ ਇਹਦੇ ਅੰਦਰ ਉਤਰਦੇ ਜਾਈਏ। ਤੇ ਇੰਨੀ ਸੋਹਣੀ ਜਿਹੜੀ ਸਾਡੀ ਧਰਤੀ ਸੀ ਪੰਜਾਬ ਦੀ, ਮੈਂ ਵੀ ਪੰਜਾਬ ਤੋਂ ਬਿਲੋਂਗ ਕਰਨਾ ਵਾਂ, ਚਲੋ ਇਹ ਹਰਿਆਣਾ ਵਿੱਚ ਪੈਂਦਾ ਹੈ, ਮਗਰ ਉਹ ਫੀਲਿੰਗ ਤੇ ਉਹੀ ਪੰਜਾਬੀਆਂ ਵਾਲੀ ਫੀਲਿੰਗ ਹੈਗੀ ਹੈ ਕਿ ਅਸੀਂ, ਗਾਣਾ ਵੀ ਨਿਕਲਿਆ ਸੀ ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ ਹੀਰੇ ਚਾਂਦੀ, ਵਾਕਿਆ ਹੀ ਪਹਿਲਾਂ ਇਦਾਂ ਦੀ ਫਸਲ ਹੁੰਦੀ ਸੀ ਜਿਹਨੂੰ ਅੱਜ ਬਿਲਕੁਲ ਆਪਾਂ ਕਹਿ ਸਕਦੇ ਜ਼ਹਿਰੀਲੀ ਬਣਾ ਦਿੱਤਾ। ਦੇਖੋ ਮੈਡਮ, ਪਹਿਲਾਂ ਉਨੀ ਬਿਮਾਰੀਆਂ ਨਹੀਂ ਹੁੰਦੀਆਂ ਸੀ। ਮੈਂ ਪੁੱਛਿਆ ਆਪਣੇ ਗ੍ਰੈਂਡਫਾਦਰ ਤੋਂ ਵੀ ਪੁੱਛਿਆ ਸੀ, ਆਪਣੇ ਫਾਦਰ ਵੀ ਦੱਸਦੇ ਨੇ ਕਿ ਪਹਿਲਾਂ ਨਾ ਇੰਨੀ ਬਿਮਾਰੀਆਂ ਸੀ, ਸ਼ਰੀਰ ਉਮਰ ਜ਼ਰੂਰ ਲੋਕਾਂ ਦੀ ਘੱਟ ਸੀ ਕਿਉਂਕਿ ਸਾਇੰਸ ਟੈਕਨੋਲੋਜੀ ਨਹੀਂ ਸੀ, ਮਗਰ ਸਰੀਰ ਹੈਲਦੀ ਸੀ। ਹੁਣ ਸਰੀਰ ਕਮਜ਼ੋਰ ਹੋ ਗਏ ਨੇ, ਭਾਵੇਂ ਸਾਡੀ ਉਮਰ ਲਾਈਫ ਸਪੈਨ ਵੱਧ ਗਿਆ ਹੈ, ਮਗਰ ਤੁਸੀਂ ਇਹ ਦੱਸੋ ਅੱਜ ਕੋਰੋਨਾ ਆਇਆ ਕਿ ਅਸੀਂ ਕੀ ਕਰ ਰਹੇ ਸੀ ਪੈਸੇ ਦਾ? ਹਰ ਬੰਦਾ ਆਪਣੀ ਹੈਲਥ ਵਾਸਤੇ ਕੌਨਸ਼ੀਅਸ ਸੀ ਕਿ ਮੈਂ ਆਪਣੀ ਇਮਿਊਨਿਟੀ ਸਟਰੋਂਗ ਕਰ ਲਾਂ, ਮੈਂ ਬਚ ਜਾਂ। ਤੇ ਇਹ ਧਰਤੀ ਨੇ, ਗੁਰੂਆਂ ਦੀ ਧਰਤੀ ਨੇ ਲੋਕਾਂ ਦਾ ਹਮੇਸ਼ਾ ਉद्धार ਕੀਤਾ ਹੈ। ਭਾਵੇਂ ਤੁਸੀਂ ਵੇਖਿਆ ਹੈ ਕਿ ਸਭ ਨੂੰ ਖਿਲਾਇਆ ਹੈ ਬਹਿ ਕੇ, ਹੈ ਨਾ ਜੀ, ਸਭ ਵਾਸਤੇ ਗਰੋ ਕੀਤਾ ਹੈ, ਉਗਾਇਆ ਹੈ। ਅੱਜ ਸਾਡੇ ਪੰਜਾਬੀ ਭਰਾ ਕਿੰਨੇ ਕੈਨੇਡਾ ਵਿੱਚ ਸੈਟਲਡ ਨੇ, ਉੱਥੇ ਵੀ ਲਾਈਫ ਸਟਾਈਲ ਵੇਖੋ, ਉਹ ਹੈਲਦੀ ਫੂਡ ਹੈਗਾ। ਤੇ ਅਸੀਂ ਆਪਣੀ ਸੋਇਲ ਨਾਲ ਕੀ ਕਰ ਰਹੇ ਹਾਂ? ਉਹਨੂੰ ਬਿਲਕੁਲ ਤਬਾਹ ਕਰ ਰਹੇ ਹਾਂ। ਪਾਣੀ ਜਾ ਕੇ ਅਸੀਂ ਕੈਨੇਡਾ ਦੇ ਵਿੱਚ ਪ੍ਰਸਿੱਧੀ ਲੈ ਰਹੇ ਹਾਂ, ਵਧੀਆ ਫਸਲਾਂ ਉਗਾ ਰਹੇ ਹਾਂ, ਪਰ ਇੱਥੇ ਕੋਈ ਕੰਮ ਨਹੀਂ ਕਰਨਾ ਚਾਹੁੰਦਾ। ਮੈਂ ਕਹਿੰਦਾ ਹਾਂ ਇਹ ਤੇ ਰੋਲ ਮਾਡਲ ਹੋਣਾ ਚਾਹੀਦਾ ਹੈ, ਕਿਉਂਕਿ ਇਹ ਧਰਤੀ ਵਾਪਸ ਨਹੀਂ ਆਏਗੀ। ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ, ਆਉਣ ਵਾਲੀ ਪੁਸ਼ਤਾਂ ਨੂੰ ਕੀ ਛੱਡ ਕੇ ਜਾਵਾਂਗੇ? ਉਹਨਾਂ ਨੇ ਸਾਨੂੰ ਇਹ ਸੋਨੇ ਵਰਗੀ ਧਰਤੀ ਦਿੱਤੀ, ਗੁਰੂਆਂ ਦੀ ਧਰਤੀ ਸੀ, ਜਿਹਦੇ ਅੰਦਰ ਅਸੀਂ ਜੋ ਵੀ ਉਗਾਇਆ, ਭਾਵੇਂ ਝੋਨਾ ਉਗਾਉਣਾ ਸ਼ੁਰੂ ਕੀਤਾ ਗ੍ਰੀਨ ਰੈਵੋਲੂਸ਼ਨ ਦੇ ਟਾਈਮ, ਉਹ ਵੀ ਹੋਣ ਲੱਗਿਆ। ਚਲੋ ਕੈਮੀਕਲ ਦੀ ਸਾਨੂੰ ਲੋੜ ਹੈ ਪ੍ਰੋਡਕਸ਼ਨ ਵਾਸਤੇ, ਫਾਰਮਰ ਨੂੰ ਪੈਸਾ ਵੀ ਕਮਾਉਣਾ ਹੈ, ਪ੍ਰੋਡਕਸ਼ਨ ਵੀ ਕਰਨੀ ਹੈ, ਮਗਰ ਉਹਦਾ ਅਗਰ ਅਸੀਂ ਬੈਲੈਂਸ ਬਣਾਈਏ ਤੇ ਸਾਡੀ ਕੁਆਲਿਟੀ ਵੀ ਵਧੇਗੀ, ਸਾਡੀ ਪ੍ਰੋਡਕਸ਼ਨ ਵੀ ਹੋਏਗੀ, ਸਾਨੂੰ ਆਉਣ ਵਾਲੇ ਟਾਈਮ ਵਿੱਚ ਕੁਆਲਿਟੀ ਵਿਕੇਗੀ। ਪਰ ਜ਼ਿੰਦਗੀ ਨਾਲ ਖਿਲਵਾੜ ਨਾ ਕਰੀਏ, ਜ਼ਿੰਦਗੀ ਨਾਲ ਖਿਲਵਾੜ ਨਾ ਕਰੀਏ, ਇਹ ਤੇ ਸਾਡਾ ਫਰਜ਼ ਹੋਣਾ ਚਾਹੀਦਾ। ਅਸੀਂ ਤੇ ਦਲੇਰ ਕੌਮ ਹਾਂ, ਸਾਨੂੰ ਕੀ ਡਰਨਾ? ਜੇ ਥੋੜੀ ਜੀ ਸਾਡੀ ਫਸਲ, ਮੈਂ ਕਹਿੰਦਾ ਵਾਂ ਵੈਸੇ ਤੇ ਅਸੀਂ ਤੇ ਇਜ਼ਾਫਾ ਵੇਖਿਆ ਹੈ, ਅਸੀਂ ਤੇ ਕਟੌਤਰੀ ਵੇਖੀ ਨਹੀਂ ਇਹ ਫਸਲ ਨਾਲ, ਇਹ ਖਾਦ ਪਾਣ ਨਾਲ, ਕਿਉਂਕਿ ਅਸੀਂ ਜਿਹੜਾ ਸੋਇਲ ਦੀ ਲਾਈਫ ਵਧਾਉਣ ਵਾਲੇ ਪ੍ਰੋਡਕਟ ਅਸੀਂ ਪਾਵਾਂਗੇ ਜਿਹੜੇ ਮਾਰਕੀਟ ਵਿੱਚ ਨਹੀਂ ਮਿਲਦੇ। ਮਾਰਕੀਟ ਵਿੱਚ ਹਜ਼ਾਰਾਂ ਪ੍ਰੋਡਕਟ ਨੇ, ਜਿਹੜਾ ਕਹਿ ਰਹੇ ਜੀ ਇਹ 골ਡ ਹੈਗਾ ਜੀ, ਐਵੇਂ ਕਰ ਦੇਗਾ, ਉਹ ਕਰ ਦੇਗਾ, ਲੇਕਿਨ ਅਸਲੀ ਚੀਜ਼ ਹੈਗੀ ਏ ਜਿਹੜਾ ਰੂੜੀ ਦਾ ਜਿਹੜਾ ਖਾਦ ਹੁੰਦਾ ਹੈ, ਇਹ ਜਿਹੜਾ ਜੈਵਿਕ ਖਾਦ ਅਸੀਂ ਕਹਿ ਦਿੰਦੇ ਆ, ਗੋਬਰ ਦਾ ਖਾਦ ਕਹਿ ਦਿੰਦੇ ਆ, ਮਗਰ ਇਹ ਹੁਣ ਪ੍ਰੋਸੈਸਡ ਫਾਰਮ ਵਿੱਚ ਮਾਰਕੀਟ ਵਿੱਚ ਮਿਲ ਰਿਹਾ ਹੈ। ਅਸੀਂ ਸ਼ੁਰੂਆਤ ਕੀਤੀ, ਇਹਨੂੰ ਪ੍ਰੋਡਕਟ ਬਣਾਇਆ, ਇਹਨੂੰ ਮਸ਼ਹੂਰ ਕੀਤਾ, ਤੇ ਇਹਦੇ ਅੰਦਰ ਅਸੀਂ ਮਾਈਕਰੋ ਆਰਗੈਨਿਜ਼ਮਸ ਐਡ ਕਰ ਰਹੇ ਹਾਂ। ਸਾਡੀ ਆਪਣੀ ਇੱਥੇ ਲੈਬ ਹੈਗੀ ਏ, ਇਹਦੇ ਅੰਦਰ ਅਸੀਂ ਸਟੈਂਡਰਡ ਪ੍ਰੋਡਕਟ ਬਣਾਉਣ ਵਾਸਤੇ ਅਸੀਂ ਇੱਕ ਪੇਟੈਂਟ ਵਾਸਤੇ ਵੀ ਅਪਲਾਈ ਕੀਤਾ ਹੋਇਆ, ਤੇ ਇੱਕ ਕੁਆਲਿਟੀ ਬਣਾਉਣ ਦੀ ਕੋਸ਼ਿਸ਼ ਹੈ ਤੇ ਸਹੀ ਪ੍ਰਾਈਸਿਸ ਵਿੱਚ ਫਾਰਮਰਸ ਨੂੰ ਮਿਲੇ, ਉਹ ਇਹਨੂੰ ਪਾਣ। ਭਾਵੇਂ ਸਾਡੇ ਲੁਧਿਆਣਾ ਦੇ ਮਾਛੀਵਾੜਾ ਦੇ ਕੁਝ ਫਾਰਮਰਸ ਨੇ, ਉਹ ਆਲੂ ਵਿੱਚ ਇਹਨੂੰ ਯੂਜ਼ ਕਰ ਰਹੇ ਨੇ, ਉਹ ਇਹਨੂੰ ਨਾ ਮਿਕਸ ਕਰਕੇ, ਜਿਵੇਂ ਯੂਰੀਆ ਦੀ ਕੁਆਂਟੀਟੀ ਉਹਨਾਂ ਨੇ 25% ਘਟਾ ਕੇ ਮਿਕਸ ਕਰਕੇ ਉਹ ਪਾ ਰਹੇ ਨੇ। ਉਹ ਕਹਿ ਰਹੇ ਨੇ ਸਾਡਾ ਹੁਣ ਯੂਰੀਆ ਵੇਸਟ ਨਹੀਂ ਹੁੰਦਾ, ਉਂਝ ਤੇ ਉਹ ਲੀਚ ਹੋ ਜਾਂਦਾ ਸੀ ਯੂਰੀਆ, ਹੁਣ ਉਹ ਵੇਸਟ ਨਹੀਂ ਹੁੰਦਾ, ਉਹਦੀ ਪੂਰੀ ਸਾਨੂੰ ਸਟਰੈਂਥ ਮਿਲਦੀ ਪਈ ਏ ਤੇ ਸਾਡੀ ਸੋਇਲ ਬਚ ਗਈ ਏ। ਕਿਉਂਕਿ ਆਲੂਆਂ ਦਾ ਕਿੰਨਾ ਮੁਨਾਫਾ ਹੋਇਆ ਫਿਰ? ਆਲੂਆਂ ਵਿੱਚ ਦੀ ਬੜੀ ਵਧੀਆ ਪ੍ਰੋਡਕਸ਼ਨ ਆਈ, ਉਹਨਾਂ ਨੇ ਆਪਣੇ ਵੀਡੀਓਜ਼ ਭੇਜੀਆਂ। ਜਿਹੜੀ ਪਹਿਲਾਂ ਝੋਨੇ 'ਚ ਉਹ ਸ਼ਿਕਾਇਤ ਆਂਦੀ ਸੀ ਬਿਮਾਰੀ ਦੀ, ਉਹ ਬਿਮਾਰੀ ਵੀ ਘਟੀ, ਕਿਉਂਕਿ ਜੇ ਅਸੀਂ ਕੁਝ ਅੱਛਾ ਕਰਾਂਗੇ ਧਰਤੀ ਵਾਸਤੇ, ਉਹ ਵੀ ਸਾਨੂੰ ਮੁਆਵਜ਼ਾ ਦੇਗੀ। ਅੱਜ ਦੇਖੋ ਜੀ, ਬਰਕਤ ਨਹੀਂ ਹੈਗੀ ਸਾਡੇ ਕਾਸ਼ਤਕਾਰੀ 'ਚ, ਖੇਤੀ 'ਚ, ਕਾਰਨ ਅਸੀਂ ਕਰ ਕੀ ਰਹੇ ਹਾਂ? ਪਾਣੀ ਅਸੀਂ ਧਰਤੀ ਤੋਂ ਲੈ ਰਹੇ ਹਾਂ ਸਾਰਾ, ਕੈਮੀਕਲ ਅਸੀਂ ਪਾ ਰਹੇ ਹਾਂ, ਨਿਰਾਲਾ ਕੈਮੀਕਲ ਪਾ ਰਹੇ ਹਾਂ। ਕੁਝ ਸਾਨੂੰ ਸੋਚ ਨਹੀਂ ਹੈਗੀ ਕਿ ਇਹਦੀ ਸੋਇਲ ਦਾ ਵੀ ਤਾਂ ਫੂਡ ਦਈਏ ਉਹਨੂੰ, ਔਰ ਉਹਦੀ ਕੋਈ ਕੀਮਤ ਨਹੀਂ ਹੋਣੀ ਚਾਹੀਦੀ ਜੀ, ਉਹਦੀ ਕੋਈ ਕੀਮਤ ਨਹੀਂ ਹੋਣੀ ਚਾਹੀਦੀ ਕਿ ਕਿੰਨੇ ਦੀ ਪੈ ਰਹੀ ਹੈ। ਔਰ
थोड़े थोड़े तो शुरू करो, 2 बोरी पाओ पावे, मगर अपना अपना रोल अदा करो कि असी अगर जिमीदार हाँ, असी अगर फार्मर हाँ, सानू इस सॉइल वास्ते कुछ ते करना चाहिए है, भावें असी अपना बना के पाइए। असी ते इत्थे ਇਹ ਵੀ ਇਨਵਾਈਟ ਕਰਨੇ ਆ ਜੇ ਤੁਸੀਂ ਆਪਣਾ ਵੀ ਬਣਾ ਸਕਦੇ ਹੋ ਤੇ ਬਣਾ ਕੇ ਉਹ ਗੋਬਰ ਨੂੰ ਨਿਰਾਲਾ ਕੱਚਾ ਗੋਬਰ ਨਾ ਪਾਓ, ਉਹ ਖਰਾਬ ਕਰ ਦੇਗਾ ਸੋਇਲ ਨੂੰ, ਫੰਗਸ ਆਏਗੀ, ਵੀਡਸ ਆਣਗੇ। ਤੁਸੀਂ ਇਹਦੀ ਵਧੀਆ ਖਾਦ ਤਿਆਰ ਕਰੋ ਪਹਿਲਾਂ ਤੇ ਉਹ ਪਾਓ। ਜਿਹੜਾ ਤੁਹਾਨੂੰ ਨਹੀਂ ਮਿਲਦਾ ਸਾਨੂੰ ਅਪਰੋਚ ਕਰੋ। ਤੁਹਾਡੇ ਅੰਦਰ ਕੋਈ ਤੁਹਾਡੇ ਉੱਥੇ ਕੋਈ ਹੁੰਦੇ ਨੇ ਲੋਕ ਜਿਹੜੇ ਇਹਦੀ ਡੀਲਰਸ਼ਿਪ ਲੈਣਾ ਚਾਹੁੰਦੇ ਨੇ, ਆਪਣੇ ਆਸ-ਪਾਸ ਦੇ ਵਿਲੇजेस ਡਿਸਟ੍ਰੀਬਿਊਟ ਕਰਨਾ ਚਾਹੁੰਦੇ ਨੇ, ਮੋਸਟ ਵੈਲਕਮ। ਇਹ ਫਾਰਮ ਤੇ ਅਸੀਂ ਐਵੇਂ ਰੱਖਿਆ ਹੋਇਆ ਕਿ ਸਭ ਵਾਸਤੇ ਹੈਗਾ ਜੀ। ਕਰਨ ਜੀ ਅਸੀਂ ਇਹ ਵੀ ਜਾਣਨਾ ਚਾਹੁੰਦੇ ਆ ਕਿਉਂਕਿ ਹੁਣ ਤੁਹਾਡਾ ਨਾਮ ਚੱਲਦਾ ਹੈਗਾ ਹਰਿਆਣੇ ਦੇ ਵਿੱਚ, ਤਾਂ ਤੁਹਾਨੂੰ ਕਈ ਨੈਸ਼ਨਲ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ। ਕਿਹੜੀ ਕਿਹੜੀ ਫਸਲਾਂ ਦੇ ਵਿੱਚ ਫਿਰ ਤੁਸੀਂ ਨੈਸ਼ਨਲ ਅਵਾਰਡ ਲਏ? ਮੈਡਮ ਇਸ ਖਾਦ ਦੀ ਟੈਕਨੋਲੋਜੀ ਤੇ ਪ੍ਰੋਡਕਸ਼ਨ ਵਿੱਚ ਹੁਣ ਅਸੀਂ 16000 ਮੈਟ੍ਰਿਕ ਟਨ ਪ੍ਰੋਡਿਊਸ ਕਰ ਰਹੇ ਹਾਂ ਐਨੂਅਲੀ ਇਹ ਖਾਦ ਨੂੰ। ਓਕੇ। ਇਹਦੀ ਪ੍ਰੋਡਕਸ਼ਨ ਦੇ ਵਾਸਤੇ ਸਾਨੂੰ ਅਵਾਰਡ ਮਿਲਿਆ ਤੇ ਹੁਣ ਅਸੀਂ ਜਿਹੜੀ ਫਸਲਾਂ ਵਾਸਤੇ ਸਟੇਟ ਲੈਵਲ ਤੇ ਬੜੇ ਅਵਾਰਡਸ ਮਿਲੇ ਸੀ, ਜਿਵੇਂ ਗੰਨਾ ਸੀ ਝੋਨੇ ਵਾਸਤੇ, ਵੈਜੀਟੇਬਲਸ ਜੀ। ਹੁਣ ਅਸੀਂ ਇੱਥੇ ਬਾਗ ਲਗਾਇਆ ਹੈ ਫਰੂਟਸ ਦਾ, ਆਰਚਰਡ ਆੜੂ ਦਾ, ਤੇ ਇਹ ਅਵਾਰਡਸ ਮਿਲੇ ਸਟੇਟ ਲੈਵਲ ਤੇ। ਬਟ ਜਿਹੜਾ ਨੈਸ਼ਨਲ ਅਵਾਰਡ ਮਿਲਿਆ ICR ਤੋਂ, ਉਹ ਇੱਕ ਖਾਦ ਦੀ ਟੈਕਨੋਲੋਜੀ ਵਾਸਤੇ ਕਿ ਅਸੀਂ ਐਨੇ ਸਕੇਲ ਤੇ ਐਨੀ ਸਟੈਂਡਰਡ ਪ੍ਰੋਡਕਸ਼ਨ ਅਸੀਂ ਕਰ ਰਹੇ ਹਾਂ। ਪਿਛਲੇ 18 ਸਾਲ ਤੋਂ ਅਸੀਂ ਪ੍ਰੋਡਕਸ਼ਨ ਕਰ ਰਹੇ ਹਾਂ। ਹੁਣ ਸਿਕਰੀ ਇੱਕ ਬ੍ਰਾਂਡ ਬਣ ਗਿਆ ਹੈ ਔਰ ਬ੍ਰਾਂਡ ਹੁਣ ਪੰਜਾਬ ਵਿੱਚ ਵੀ ਆ ਗਿਆ ਹੈ ਤੇ ਅਸੀਂ ਤਾਂ ਇਨਵਾਈਟ ਕਰਨੇ ਆ ਸਭ ਨੂੰ ਕਿ ਆਓ ਇਹ ਬ੍ਰਾਂਡ ਨਾਲ ਜੁੜੋ ਤੇ ਇੱਕ ਵਧੀਆ ਕੰਮ ਕਰੀਏ। ਜ਼ਹਿਰ ਤੇ ਬਹੁਤ ਵੇਚਿਆ, ਵੇਚੋ, ਲੇਕਿਨ ਉਹਦੇ ਨਾਲ ਅਸੀਂ ਯੈਸ ਹੁਣ ਅਸੀਂ ਅੰਮ੍ਰਿਤ ਵੀ ਵੇਚੀਏ, ਉਹ ਧਰਤੀ ਨੂੰ ਅਸੀਂ ਬਚਾਈਏ। ਅਸੀਂ ਸਭ ਉਹਦੇ ਅੰਦਰ ਹੀ ਖਾ ਰਹੇ ਹਾਂ, ਉਹਦੇ ਅੰਦਰ ਹੀ ਜੀ ਰਹੇ ਹਾਂ, ਉਹੀ ਆਬੋ ਹਵਾ ਅਸੀਂ ਲੈ ਰਹੇ ਹਾਂ। ਤੇ ਕਿਉਂ ਅਸੀਂ ਐਵੇਂ ਕੰਮ ਕਰੀਏ? ਕਿਉਂ ਨਾ ਅਸੀਂ ਬੈਲੈਂਸ ਬਣਾਈਏ ਤੇ ਅਸੀਂ ਰੋਸ਼ਨੀ ਦਿਖਾਈਏ ਪੂਰੇ ਦੇ ਪੂਰੇ ਸੰਸਾਰ ਨੂੰ। ਬਿਲਕੁਲ। ਕਰਨ ਜੀ, ਜੇ ਅਸੀਂ ਜੈਵਿਕ ਖਾਦ ਤੋਂ ਬਿਨਾਂ ਗੱਲ ਕਰੀਏ, ਹੋਰ ਤੁਸੀਂ ਕੀ ਕੀ ਪ੍ਰੋਡਕਟ ਇੱਥੇ ਜਿਹੜੇ ਲਾਏ ਹੋਏ ਨੇ, ਕੀ ਕੀ ਹੋਰ ਤੁਸੀਂ ਮਤਲਬ ਕਿ ਇੱਥੋਂ ਹੀ ਜਿਹੜਾ ਕਿ ਐਕਸਪੋਰਟ ਕਰਦੇ ਹੋ? ਮੈਡਮ ਵੈਸੇ ਤੇ ਇਹ ਸਾਡਾ ਨਾ ਜਿਹੜਾ ਹੈਗਾ ਇੱਕ ਇੰਸਪੀਰੇਸ਼ਨਲ ਸੈਂਟਰ ਹੈ, ਇੱਕ ਮਾਡਲ ਹੈਗਾ ਸਿਕਰੀ ਫਾਰਮ। ਸਿਕਰੀ ਫਾਰਮ ਇੱਕ ਮਾਡਲ ਹੈ ਜਿੱਥੇ ਤੁਸੀਂ ਆਓਗੇ ਦੇਖੋਗੇ ਤੁਹਾਨੂੰ ਬੀ ਹਾਈਵ ਮਿਲੇਗਾ। ਉਹ ਬੀਜ਼ ਨਾਲ ਪੋਲੀਨੇਸ਼ਨ ਹੁੰਦਾ ਹੈ, ਸਾਇੰਸ ਇਹ ਹੈਗੀ ਹੈ। ਉਹਦੇ ਨਾਲ ਅਸੀਂ ਸ਼ਹਿਦ ਵੀ ਕਲੈਕਟ ਕਰਨੇ ਆ, ਉਹ ਸ਼ਹਿਦ ਅਸੀਂ ਚਲੋ ਸੈਲ ਵੀ ਕਰਨੇ ਆ ਥੋੜਾ ਜਿਹਾ। ਸਾਡੇ ਕੋਲ ਇੱਥੇ ਆਪਣੀ ਪੁਰਾਣੀ ਪੁਸ਼ਤੈਨੀ ਚਲਦੀ ਆਈਆਂ ਨੇ ਗਾਵਾਂ ਮੱਝਾਂ, ਬਲਕਿ ਮੈਂ ਤੇ ਉਸ ਏਰੀਆ ਤੋਂ ਬਿਲੋਂਗ ਕਰਦਾ ਵਾਂ ਤੇ ਮੈਂ ਸਪੈਸ਼ਲ ਨੀਲੀ ਰਾਵੀ ਜਿਹੜੀ ਵੈਰਾਈਟੀ ਹੈ ਮੱਝ ਦੀ, ਉਹ ਅਸੀਂ ਲੈ ਕੇ ਆਏ ਇੱਥੇ ਤੇ ਉਹ ਪੰਜਾਬ ਦੀ ਵੈਰਾਈਟੀ ਹੈ। ਸਾਹੀਵਾਲ ਕਾਉਜ਼, ਉਹਦੀ ਬਰੀਡਿੰਗ ਅਸੀਂ ਥੋੜੀ ਬਹੁਤ ਕਰ ਰਹੇ ਹਾਂ। ਬਟ ਉਹ ਸਾਡਾ ਮਕਸਦ ਹੈਗਾ ਕਿਉਂਕਿ ਮੈਨੂੰ ਐਨੀਮਲਸ, ਜਾਨਵਰਾਂ ਨਾਲ, ਕਾਉਜ਼ ਨਾਲ, ਪਸ਼ੂਆਂ ਨਾਲ ਦਿਲੋਂ ਪਿਆਰ ਹੈਗਾ ਤੇ ਉਹ ਬਿਜ਼ਨਸ ਕਮਰਸ਼ੀਅਲ ਪਰਪਸ ਨਹੀਂ ਹੈ। ਉਹਦੇ ਵਾਸਤੇ ਅਸੀਂ ਗਊਸ਼ਾਲਾ ਬਣਾਈਏ, ਉਹ ਅਸੀਂ ਨॉन ਪ੍ਰੋਫਿਟ ਦੇ ਹਿਸਾਬ ਨਾਲ ਉਹਦਾ ਅਸੀਂ ਘਿਓ ਬਣਾਉਂਦੇ ਆ। ਪੁਰਾਣੇ ਮੈਥਡ ਤੋਂ ਜਿਹੜਾ ਹੁੰਦਾ ਸੀ ਪਹਿਲਾਂ ਸਲੋ ਚਰਨਿੰਗ, ਜਿਹੜਾ ਅਸੀਂ ਮਦਾਨੀ ਤੋਂ ਕਰਦੇ ਸੀ, ਉਸ ਮੈਥਡ ਤੋਂ ਅਸੀਂ ਘਿਓ ਵੀ ਬਣਾ ਰਹੇ ਆ। ਥੋੜਾ ਜਿਹਾ ਘਿਓ ਬੰਦਾ ਹੈ, ਮਤਲਬ ਮੰਨ ਲਓ ਰੋਜ਼ ਦਾ 2-3 ਕਿਲੋ ਬੰਦਾ ਹੈ, ਸਾਡੇ ਕੋਲ ਸ਼ਾਰਟੇਜ ਹੋ ਜਾਂਦੀ ਹੈ, ਇੰਨੀ ਉਹਦੀ ਡਿਮਾਂਡ ਹੈਗੀ ਹੈ। ਤੇ ਇਹ ਹੈਗਾ ਸਾਡੇ ਕੋਲ ਆਪਣੀ, ਅਸੀਂ ਵੈਜੀਟੇਬਲਸ ਵੀ ਇੱਥੇ ਆਰਗੈਨਿਕ ਰੱਖਨੇ ਆ, ਥੋੜੀ ਤਿਆਰ ਕਰਨੇ ਆ। ਅਸੀਂ ਇੱਥੇ ਬੂਥ ਬਣਾਇਆ ਹੋਇਆ, ਵਿਲੇਜਰਸ ਆਸ-ਪਾਸ ਦੇ ਲੈ ਜਾਂਦੇ ਨੇ ਥੋੜਾ ਬਹੁਤ, ਜਿਨ੍ਹਾਂ ਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਪੈਂਦੀ ਹੋਏਗੀ, ਘਰ ਦੇ ਵਿੱਚ ਹੀ ਤੁਹਾਨੂੰ ਸਭ ਕੁਝ ਮਿਲ ਜਾਂਦਾ ਇਸ ਫਾਰਮ ਦੇ ਵਿੱਚ। ਕੋਰੋਨਾ ਦੇ ਦੌਰਾਨ ਇਹ ਰਿਅਲਾਈਜੇਸ਼ਨ ਹੋਈ ਕਿ ਸਸਟੇਨੇਬਿਲਿਟੀ ਇਜ਼ ਦ ਕੀ, ਔਰ ਸਸਟੇਨੇਬਲ ਲਾਈਫ ਇਹ ਹੈਗੀ ਹੈ ਕਿ ਜਿੰਨੀ ਚੀਜ਼ਾਂ ਅਸੀਂ ਆਪਣੀ ਕਰ ਸਕਨੇ ਆ ਤਿਆਰ, ਸਾਨੂੰ ਕਰਨੀ ਚਾਹੀਦੀਆਂ ਨੇ। ਤੇ ਇਹ ਰਿਅਲਾਈਜੇਸ਼ਨ ਪ੍ਰੈਕਟੀਕਲ ਪਤਾ ਚੱਲਿਆ ਕਿ ਵੀ ਕੋਈ ਨੁਕਸਾਨ ਨਹੀਂ ਕੀਤਾ। ਅਗਰ ਐਗਰੀਕਲਚਰ ਵਿੱਚ ਬਹੁਤ ਪੈਸਾ ਨਹੀਂ ਕਮਾਇਆ ਮਗਰ ਲਾਈਫਸਟਾਈਲ ਕਮਾਇਆ। ਬਿਲਕੁਲ। ਸਾਰੀ ਸਬਜ਼ੀਆਂ ਅਸੀਂ ਇੱਥੇ ਗਰੋ ਕਰਨੇ ਆ, ਆਪਣੀ ਫਰੂਟਸ ਵੀ ਹੁਣ ਗਰੋ ਕਰ ਰਹੇ ਆ ਅਸੀਂ, ਬਹੁਤ ਸਾਰੇ ਮੈਂਗੋਜ਼, ਲੀਚੀ, ਗੁਆਵਾ, ਪੀਚ, ਪਲਮ, यहाँ तक कि असी वो भी लगाया हुआ है जिवें आलमंड्स, एप्पल दे भी 2-4 बूटे लगाए हुए ने ते ਇਹ ਸਭ ਅਸੀਂ ਕਰ ਰਹੇ ਹਾਂ। ਤਾਂ ਬੜੇ ਠੰਡੇ ਇਲਾਕੇ 'ਚ ਹੁੰਦੇ ਐਪਲਸ, ਜਿਵੇਂ ਅਸੀਂ ਕਸ਼ਮੀਰ ਦੀ ਗੱਲ ਕਰੀਏ, ਫਿਰ ਤੁਸੀਂ ਇੱਥੇ ਹੀ ਲਾ ਛੱਡੇ? ਹਾਂਜੀ, ਥੋੜਾ ਚੈਲੰਜ ਹੈਗਾ। ਅਸੀਂ ਥੋੜਾ ਲੋ ਚਿਲਿੰਗ ਵੈਰਾਈਟੀਜ਼ ਟਰਾਇਲ ਕੀਤੀਆਂ ਨੇ, ਮਗਰ ਚੈਲੰਜ ਤੇ ਹੈ ਹੀ, ਉਹ ਕੁਆਲਿਟੀ ਨਹੀਂ ਬੰਦੀ, ਮਗਰ ਅਸੀਂ ਆਪਣੇ ਖਾਣ ਵਾਸਤੇ ਥੋੜਾ ਬਹੁਤ ਕਰ ਸਕਨੇ ਆ। ਤੁਸੀਂ ਕਿਹਾ ਕਿ ਖੇਤੀ ਦੇ ਵਿੱਚ ਲਾਈਫ ਸਟਾਈਲ ਹੈਗਾ, ਜਿਸ ਤਰ੍ਹਾਂ ਹੁਣ ਆਪਾਂ ਗੱਲ ਹੀ ਇੱਥੇ ਕਰਨਾ ਚਾਹਾਂਗੇ। ਲੋਕੀ ਕਹਿੰਦੇ ਖੇਤੀ 'ਚ ਮੁਨਾਫਾ ਨਹੀਂ ਹੈਗਾ,
ਤਾਂ ਤੁਸੀਂ ਦੇਖ ਸਕਦੇ ਕਿਸਾਨ ਮੋਸਟਲੀ ਕੋਈ ਕਰਜ਼ਾਈ ਹੋ ਕੇ ਮਰ ਜਾਂਦਾ ਆ ਤੇ ਕੋਈ ਕਿਸ ਤਰੀਕੇ ਦੇ ਨਾਲ ਆਪਣੀ ਖੇਤੀ ਦੇ ਵਿੱਚ ਹੀ ਕਹਿ ਸਕਦੇ ਆ ਕਿ ਮੁਨਾਫਾ ਨਹੀਂ ਕਮਾ ਸਕਦੇ। ਉਹ ਕਹਿੰਦੇ ਕਿ ਸਾਨੂੰ ਘਾਟੇ ਦਾ ਸੌਦਾ ਹੁੰਦਾ। ਹੁਣ ਤੁਸੀਂ ਦੱਸੋ ਕਿ ਲਾਈਫ ਸਟਾਈਲ ਕਿੱਦਾਂ ਆ ਖੇਤੀ? ਦੇਖੋ ਜੀ, ਆਪਣੇ ਦਿਲ ਤੋਂ ਤੁਸੀਂ ਪੁੱਛੋ, ਇੱਕ ਤੁਸੀਂ ਕਿਸੇ ਕੰਪਨੀ 'ਚ ਕੰਮ ਕਰਦੇ ਹੋ, ਕਿਸੇ ਸ਼ਹਿਰ 'ਚ ਰਹਿੰਦੇ ਹੋ, ਉਹ ਲਾਈਫ ਸਟਾਈਲ ਕਿੰਨਾ ਕੰਜਸਟਡ ਲਾਈਫ ਸਟਾਈਲ ਹੈਗਾ ਨਾ। ਸਾਨੂੰ ਟ੍ਰੈਫਿਕ ਦੀ ਇੱਥੇ ਖੇਤੀ 'ਚ ਪ੍ਰੋਬਲਮ ਹੈਗੀ ਏ, ਸਾਡੀ ਆਪਣੀ ਲਾਈਫ ਹੈਗੀ ਹੈ, ਅਸੀਂ ਸਵੇਰੇ ਆਪਣੀ ਹੈਲਥ ਦਾ ਵੀ ਧਿਆਨ ਰੱਖ ਸਕਦੇ ਹਾਂ, ਅਸੀਂ ਆਪਣੇ ਖੇਤਾਂ 'ਚ ਪੋਜ਼ਿਟਿਵਲੀ ਆਪਣੀ ਲਾਈਫ ਬਤੀਤ ਕਰਨੇ ਆ। ਇੱਕ ਨੇਚਰ ਨਾਲ ਜੁੜੇ ਰਹਿਣ ਤੋਂ ਹੈਲਥ ਹਮੇਸ਼ਾ ਬਿਹਤਰ ਹੁੰਦੀ ਹੈ। ਤੁਸੀਂ ਜਿਹੜੇ ਦੇਖ ਲਓ, ਜਿੰਨੇ ਵੀ ਰੀਟਰੀਟ ਸੈਂਟਰ ਨੇ, ਉਹ ਤੁਹਾਨੂੰ ਨੇਚਰ ਦੇ ਕੋਲ ਹੀ ਲੈ ਜਾਣਗੇ ਕਿ ਉੱਥੇ ਬੈਠੋ ਜੀ, ਜਿੱਥੇ ਹਵਾ ਸ਼ੁੱਧ ਹੋਏ, ਇੱਕ ਮਾਹੌਲ ਹੋਏ। ਤੇ ਉਦੋਂ ਬਾਅਦ ਤੁਸੀਂ ਦੇਖੋ, ਕਿਸਾਨ ਜਿਹੜਾ ਹੈਗਾ, ਜਿਹੜਾ ਫਾਰਮਰ ਹੈਗਾ, ਉਹੀ ਇੱਕ ਐਵੇਂ ਦਾ ਆਕਿਊਪੇਸ਼ਨ ਹੈਗਾ ਜਿਹਦੇ ਅੰਦਰ ਉਹ ਫਾਰਮਰ ਰਹਿ ਕੇ ਕੋਈ ਸਾਈਡ ਕੰਮ ਵੀ ਕਰ ਸਕਦਾ ਹੈ। ਅਦਰਵਾਈਜ਼ ਜੇ ਤੁਸੀਂ ਦੁਕਾਨਦਾਰ ਹੋ ਤੇ ਤੁਸੀਂ ਕੁਝ ਦੂਜਾ ਕੰਮ ਨਹੀਂ ਕਰ ਸਕਦੇ, ਤੁਹਾਡੇ ਕੋਲ ਟਾਈਮ ਨਹੀਂ ਹੋਏਗਾ ਜੀ। ਇਹਦੇ ਅੰਦਰ ਤੁਹਾਡੇ ਅੰਦਰ ਫਲੈਕਸੀਬਿਲਿਟੀ ਹੈ। ਜੇ EMPLOYE ਹੋ ਤਾਂ ਫਿਰ 8 ਘੰਟੇ 10 ਘੰਟੇ ਡਿਊਟੀ ਕਰਨੀ ਪਏਗੀ, ਬਿਲਕੁਲ ਪਏਗੀ। ਤੇ ਮੈਂ ਤਾਂ ਕਹਿਣਾ ਵਾ, ਇੰਨਾ ਕਮਾਓ ਕਿ ਸਭ ਲੋਕਾਂ ਨੂੰ ਲੋੜ ਨਾ ਪਏ ਸੈਟਲ ਹੋਣ ਦੀ। ਕੁਝ ਲੋਕ ਘੁੰਮਣ ਵੀ ਜਾਓ ਕੈਨੇਡਾ, ਕੁਝ ਲੋਕ ਤੁਸੀਂ ਘੁੰਮ ਰਹੇ ਹੋ, ਕਹਿ ਸਕਦੇ ਪਹਿਲਾਂ ਦੂਸਰੇ ਦੇਸ਼ਾਂ ਤੋਂ ਖੇਤੀ ਸਿੱਖਣ ਲਈ ਜਾਂਦੇ ਸੀ ਤੇ ਅੱਜ ਇਹ ਵੀ ਸੁਣਿਆ ਹੈ ਕਿ ਤੁਹਾਡੇ ਕੋਲ ਵਿਦੇਸ਼ਾਂ ਦੇ ਆਉਂਦੇ ਨੇ ਖੇਤੀ ਸਿੱਖਣ। ਬਿਲਕੁਲ ਜੀ, ਦੇਖਣ ਆਉਂਦੇ ਨੇ, ਇਨਵਾਈਟ ਕਰਦੇ ਨੇ। ਕਿੰਨੀ ਕੰਟਰੀਆਂ ਵਿੱਚ ਮੈਂ ਜਾ ਚੁੱਕਾ ਵਾਂ। ਮੈਂ ਆਲਮੋਸਟ ਸਾਰਾ ਵਰਲਡ ਐਕਸਪਲੋਰ ਕਰ ਲਿੱਤਾ ਹੈ। ਹੁਣ ਵੀ ਸਾਡਾ ਟੂਰ ਹੈਗਾ ਇਜ਼ਰਾਈਲ ਦਾ, ਤੇ ਕਾਰਨ ਹੈਗਾ ਕਿ ਮੈਂ ਇਹ ਵਿਜ਼ਨ ਬਣਾਇਆ ਕਿ ਚਲੋ ਅਸੀਂ ਘੁੰਮਣ ਜਾਈਏ, ਆਪਣਾ ਟਾਈਮ ਸਪੈਂਡ ਕਰੀਏ। ਹਾਂਜੀ, ਜਿਹੜਾ ਜੋ ਮੌਕਾ ਮਿਲਦਾ ਹੈ ਉਹ ਕਰਨੇ ਆ ਜੀ। ਜਾ ਕੇ ਟਾਈਮ ਵੀ ਸਪੈਂਡ ਕਰੀ ਜਾਂਦਾ ਹੈ, ਹੌਲੀਡੇ ਵਾਸਤੇ ਵੀ ਜਾਈਦਾ ਹੈ। ਐਵੇਂ ਕੋਈ ਨਹੀਂ ਹੈਗਾ ਕਿ ਪੂਰਾ ਗਲੋਬਲ ਵਿਜ਼ਨ ਹੈਗਾ ਸਾਡਾ ਵੀ। ਤੇ ਹੁਣ ਅਸੀਂ ਹੋਰ ਵੀ ਕਲਚਰ ਮਾਈਕਰੋ ਆਰਗੈਨਿਜ਼ਮਸ ਤਿਆਰ ਕਰ ਰਹੇ ਹਾਂ ਕਿ ਜਿਹੜੇ ਸੋਇਲ ਨੂੰ, ਸਾਡੀ ਇੱਥੋਂ ਦੀ ਸੋਇਲ ਨੂੰ ਰਿਜ਼ਲਟ ਦੇ। ਦੇਖੋ ਜੀ, ਬਹੁਤ ਮਾਰਕੀਟ ਵਿੱਚ ਪ੍ਰੋਡਕਟਸ ਆ ਰਹੇ ਨੇ, ਟ੍ਰਾਈਕੋਡਰਮਾ ਆਉਂਦਾ ਹੈ, ਬਾਇਓ ਪ੍ਰੋਡਕਟਸ ਆਉਂਦੇ ਨੇ, ਲੇਕਿਨ ਉਹ ਅਲੱਗ এনवायरमेंट ਦੇ ਨੇ। ਸਾਨੂੰ ਇੱਥੇ ਦੀ ਸੋਇਲ ਵਾਸਤੇ ਪ੍ਰੋਡਕਟਸ ਤਿਆਰ ਕਰਦੇ ਨੇ ਤੇ ਉਹ ਇੱਥੇ ਦੇ এনवायरमेंट, ਇੱਥੇ ਦੀ ਕਲਾਈਮੈਟਿਕ ਕੰਡੀਸ਼ਨਸ ਉਹਦੇ ਹਿਸਾਬ ਨਾਲ ਹੋਣਗੇ। ਤੇ ਅਸੀਂ ਆਪਣੀ ਲੈਬ ਤਿਆਰ ਕੀਤੀ ਹੋਈ ਹੈ, ਉਹ ਲੈਬ ਵਿੱਚ ਅਸੀਂ ਰਿਸਰਚ ਕਰ ਰਹੇ ਹਾਂ। ਸਾਇੰਟਿਸਟ ਸਾਡੇ ਨਾਲ ਜੁੜੇ ਹੋਏ ਨੇ। ਮਤਲਬ ਕਿ ਜੈਵਿਕ ਖਾਦ ਰਿਸਰਚ ਕਰਦੇ ਹੋ? ਨਹੀਂ, ਅਸੀਂ ਜਿਹੜੇ ਨੇ ਛੋਟੇ, ਜਿਵੇਂ ਤੁਹਾਨੂੰ ਮੈਂ ਕਿਵੇਂ ਦੱਸਾਂ ਕਿ ਬੈਕਟੀਰੀਆ ਹੁੰਦੇ ਨੇ, ਜੀ ਐਵੇਂ ਦੇ ਜਿਹੜੇ ਮਾਈਕਰੋ ਆਰਗੈਨਿਜ਼ਮਸ ਦੇ, ਇਹਨਾਂ ਦਾ ਅਸੀਂ ਕੰਜ਼ੋਰਸ਼ੀਆ ਤਿਆਰ ਕਰ ਰਹੇ ਹਾਂ ਕਿ ਕਿਵੇਂ ਰਿਜ਼ਲਟ ਦਿੰਦਾ ਹੈ, ਸੋਇਲ ਵਿੱਚ ਕਿੰਨੇ ਦਿਨਾਂ ਤੱਕ ਸਸਟੇਨ ਕਰਦਾ ਹੈ, ਸ਼ੈਲਫ ਲਾਈਫ ਕਿੰਨੀ ਹੈਗੀ ਹੈ ਇਸ ਪ੍ਰੋਡਕਟ ਦੀ, ਕਿਆ ਇਹ ਪ੍ਰੋਡਕਟ ਹੋ ਸਕਦਾ ਹੈ ਕਮਰਸ਼ੀਅਲ ਜਾਂ ਨਹੀਂ ਹੋ ਸਕਦਾ। ਆਪਣੀ ਫੀਲਡ 'ਚ ਅਸੀਂ ਲਗਾ ਕੇ ਪਹਿਲੇ 5-5 ਸਾਲ ਟਰਾਇਲ ਕਰਦੇ ਹਾਂ। ਅਸੀਂ ਹੁਣ ਇੱਕ ਪ੍ਰੋਡਕਟ ਬਣਾਇਆ ਵਰਮੀਲਾਈਜ਼ਰ, ਉਹ ਅਸੀਂ ਕੋਰੀਆ ਨਾਲ ਕੋਲੈਬੋਰੇਸ਼ਨ ਕੀਤਾ ਹੈ। ਉਹਨਾਂ ਨੇ ਸਾਨੂੰ ਕੁਝ ਗ੍ਰੈਨੂਲਸ ਤਿਆਰ ਕਰਕੇ ਦਿੱਤੇ ਨੇ। ਉਹ ਕਹਿੰਦੇ ਨੇ ਤੁਸੀਂ ਇਹ ਖਾਦ ਨੂੰ ਥੋੜਾ ਜਿਹਾ ਇਹਦੀ ਕੁਆਲਿਟੀ ਵਧਾਓ ਤੇ ਉਹਦੇ ਨਾਲ ਨਾ ਸਾਡੀ ਕੈਮੀਕਲ ਦੀ ਡਿਪੈਂਡੈਂਸੀ ਹੋਰ ਘਟ ਜਾਏਗੀ ਤੇ ਰਿਜ਼ਲਟ ਹੋਰ ਸ਼ਾਨਦਾਰ ਮਿਲਣਗੇ। ਜੀ ਕਰਨ ਜੀ, 2004 ਤੋਂ ਤੁਸੀਂ ਕੰਮ ਸ਼ੁਰੂ ਕਰਦੇ ਹੋ ਤੇ 2022 ਆ ਗਿਆ। ਇਸ ਸਫ਼ਰ ਦੇ ਦੌਰਾਨ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਮੁਸ਼ਕਲਾਂ ਤੇ ਜੀ ਲਾਈਫ ਦੀ ਨਾ, ਜਿਹੜੀ ਇੱਕ ਹਰ ਸਿੱਕੇ ਦੇ ਜਿਵੇਂ ਦੋ ਪਹਿਲੂ ਹੁੰਦੇ ਨੇ ਨਾ, ਤੇ ਲਾਈਫ ਦੀ ਇੱਕ ਸੱਚ ਹੈਗਾ, ਸੱਤਿਆ ਹੈਗਾ। ਕਿਉਂਕਿ ਲੋਕਾਂ ਨੂੰ ਪ੍ਰਸਿੱਧੀ ਦੇਖਦੀ ਆ ਪਰ ਉੱਥੋਂ ਦਾ ਪਿਛਲਾ ਬੈਕਗ੍ਰਾਉਂਡ ਨਹੀਂ ਦੇਖਦਾ ਕਿ ਕਿਸ ਤਰੀਕੇ ਦੇ ਨਾਲ ਪ੍ਰਾਪਤੀ ਕੀਤੀ ਹੈ। ਇਹ ਬੜਾ ਇੰਪੋਰਟੈਂਟ ਹੈ। ਮੈਂ ਇਹ ਨਹੀਂ ਕਹਿੰਦਾ ਕਿ ਕੋਈ ਚੀਜ਼ ਮੁਸ਼ਕਿਲ ਹੈਗੀ ਹੈ ਕਰਨੀ, ਮਗਰ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਕੁਝ ਸਫ਼ਰ ਆਸਾਨ ਹੈ। ਤੁਹਾਨੂੰ ਲੇਜ਼ਰ ਬੀਮ ਵਾਸਤੇ ਵਾਕਨ ਆਪਣੇ ਆਪ ਨੂੰ ਇੱਕ ਜਗ੍ਹਾ ਵਿੱਚ ਇਸਟੈਬਲਿਸ਼ ਕਰਨਾ ਪੈਂਦਾ ਹੈ। ਆਪਣੀ ਆਹੂਤੀ ਜਿਹੜੀ ਹੈਗੀ ਹੈ ਉਹ ਦੇਣੀ ਪੈਂਦੀ ਹੈ, ਆਪਣਾ ਸਭ ਕੁਝ ਲੁਟਾਉਣਾ ਪੈਂਦਾ ਹੈ। ਦੇਖੋ ਜੀ, ਜਦੋਂ ਬੀਜ ਧਰਤੀ 'ਚ ਮਿਟਦਾ ਹੈ ਨਾ, ਤਾਂ ਹੀ ਕੋਈ ਬੂਟਾ ਪੇੜ ਬਣਦਾ ਹੈ ਨਾ ਜੀ। ਉਹ ਕਹਿੰਦੇ हैं ना जी, ਇਹ ਤੇ ਕਰਨਾ ਹੀ ਪਏਗਾ। ਤੇ ਆਪਣੀ ਲਾਈਫ ਅਸੀਂ ਇਹ ਪ੍ਰੋਜੈਕਟ ਵਿੱਚ, ਇਸ ਕੰਮ ਵਿੱਚ ਅਸੀਂ ਸਮਰਪਿਤ ਕੀਤੀ, ਉਹਦੇ ਹੀ ਰਿਜ਼ਲਟ ਫਿਰ ਸਲੋਲੀ ਮਿਲਦੇ ਨੇ। ਕਰਨਾ ਦਾ ਬੀਜ ਮਤਲਬ ਖੇਤੀ ਕਹਿ ਸਕਦੇ ਆ, ਖੇਤਾਂ 'ਚ ਉੱਗ ਗਿਆ ਤੇ ਪੇੜ ਬਣ ਗਿਆ। पेड़ हाले ते बूटा बनाया जी, छोटा जा पेड़ ते बनेगा स्लोली ग्रेजुअली। इस वेले लगभग 78 लोग इत्थे साडे नाल जुड़े हुए ने, काम कर रहे ने नाल। ते कोशिश हैगी कि होर भी जिहड़े ने चूल्हे जल सकन इस फार्म तो, इस कारोबार तो, जिहड़ा सॉइल नूं भी वधिया कर रहा है, कंज्यूमर नूं भी फायदा होएगा, डीलर जिहड़े ने काम करदे ने ਉਹ ਵੀ ਦੋ ਪੈਸੇ ਕਮਾਉਂਦੇ ਨੇ, ਤੇ ਸਭ ਵਾਸਤੇ ਵਿਨ-ਵਿਨ ਮਾਡਲ ਹੈਗਾ ਹੈ। ਜੀ ਗੱਲ ਕਰਦੇ ਆ ਕਿ ਕਈ ਵਾਰ ਸਮਝਾਉਣਾ ਬੜਾ ਔਖਾ ਹੁੰਦਾ। ਹੁਣ ਤੁਸੀਂ ਗੋਬਰ ਤੋਂ ਤਾਂ ਖਾਦ ਤਿਆਰ ਕਰ ਲਈ, ਪਰ ਪਿੰਡਾਂ ਵਾਲੇ ਤੁਸੀਂ ਦੇਖਦੇ ਰੂੜੀਆਂ ਬਣਾ ਦਿੰਦੇ ਨੇ, ਸੜਕਾਂ ਦੇ ਉੱਪਰ ਪਈਆਂ ਹੁੰਦੀਆਂ ਆ।
ਲੋਕਾਂ ਨੂੰ ਸਮਝਾਉਣਾ ਕਿਵੇਂ, ਕਿਸ ਤਰੀਕੇ ਦੇ ਨਾਲ ਤੁਸੀਂ ਮੇਨਟੇਨ ਕਰਦੇ ਹੋ? ਕਿਵੇਂ ਲੋਕ ਸਮਝਦੇ ਨੇ ਜਾਂ ਸਮਝ ਹੀ ਨਹੀਂ ਪਾਉਂਦੇ? ਜਿਵੇਂ ਮੈਂ ਤੁਹਾਨੂੰ ਦੱਸਿਆ ਜੀ, ਇਹ ਮਿਸ਼ਨ ਹੈਗਾ ਹੈ ਜੀ। ਹਾਲਾਂਕਿ ਸਮਝਾਉਣਾ ਬਹੁਤ ਮੁਸ਼ਕਿਲ ਹੈਗਾ ਕਿਉਂਕਿ ਕੋਈ ਵੀ ਆਦਮੀ ਕੈਮੀਕਲ ਦਾ ਬਦਲੇ ਕੁਝ ਵੀ ਨਹੀਂ ਪਾਣਾ ਚਾਹੁੰਦਾ। ਉਹ ਕਹਿੰਦਾ ਬਸ ਮੈਨੂੰ ਚੱਲ ਰਿਹਾ, ਹਰ ਕੋਈ ਚਾਹੁੰਦਾ, ਦੌੜ ਲੱਗੀ ਹੋਈ ਹੈ ਵੀ ਸਾਡੀ ਵਧੀਆ ਹੋ ਜਾਏ, ਜਲਦੀ ਜਲਦੀ ਫਸਲ ਉਗਾ ਲਈਏ। ਹਾਂਜੀ, ਔਰ ਦੂਜਾ ਉਹ ਕੁਝ ਵੀ ਚੇਂਜ ਨਹੀਂ ਕਰਨਾ ਚਾਹੁੰਦਾ। ਉਹਨੂੰ ਉਹੀ ਡੀਏਪੀ ਚਾਹੀਦੀ ਹੈ, ਉਹਨੂੰ ਉਹੀ ਯੂਰੀਆ ਚਾਹੀਦਾ ਹੀ ਚਾਹੀਦਾ ਹੈ। ਮੈਨੂੰ ਇੱਕ ਇਨਸਪੀਰੇਸ਼ਨ ਹੋਰ ਆਈ ਜਦੋਂ ਇਹ ਸ਼ਾਰਟੇਜ ਆਈ ਹੈ ਕੈਮੀਕਲਾਂ ਦੀ, ਤੇ ਮੈਨੂੰ ਲੱਗਿਆ ਕਿ ਮੇਰੇ ਕੋਲ ਕੀ ਹੈਗਾ ਜਿਹਦੇ ਨਾਲ ਮੈਂ ਆਪਣੀ ਫਸਲ ਗਰੋ ਕਰ ਸਕਣਾ ਵਾ, ਤੇ ਇਹ ਖਾਦ ਨੇ ਮੈਨੂੰ ਬਚਾਇਆ ਜੀ। ਅਸੀਂ ਹੁਣ ਜਿਹੜਾ ਔਰਚਰਡ ਲਗਾਇਆ, ਬਾਗ ਲਗਾਇਆ ਹੈ, ਮੈਂ ਬਹੁਤ ਖੁੱਲੀ ਕੁਆਂਟੀਟੀ 'ਚ 10-10 ਕਿਲੋ ਇੱਕ ਬੂਟੇ 'ਚ ਅਸੀਂ ਖਾਦ ਪਾਇਆ। 1 ਸਾਲ ਹੋ ਗਿਆ, ਸਾਨੂੰ ਕੁਝ ਪਾਉਣ ਦੀ ਲੋੜ ਹੀ ਨਹੀਂ ਪਈ। ਅਸੀਂ ਕੈਮੀਕਲ ਨਹੀਂ ਪਾਇਆ, ਹਾਲੇ ਤੱਕ ਨਹੀਂ ਪਾਇਆ। ਹਾਲੇ ਤੱਕ ਨਹੀਂ ਪਾਇਆ। ਹੁਣ ਇਸ ਸਾਲ ਅਸੀਂ ਸੋਚ ਰਹੇ ਹਾਂ ਥੋੜਾ ਅਸੀਂ ਇੰਟਰੋਡਿਊਸ ਕਰਾਂਗੇ, ਬਹੁਤ ਹਲਕਾ ਕੈਮੀਕਲ ਦਾਂਗੇ ਜਿੰਨੀ ਲੋੜ ਹੈਗੀ ਹੈ। ਸਾਨੂੰ ਐਕਸਟਰਾ ਵੇਸਟ ਕਰਨ ਦੀ ਕੀ ਲੋੜ ਹੈ? ਬਿਲਕੁਲ। ਇੱਕ ਤੇ ਅਸੀਂ ਆਪਣੀ ਸੋਇਲ ਖਰਾਬ ਕਰ ਰਹੇ ਹਾਂ, ਦੂਜਾ ਸਾਡੇ ਪੈਸੇ ਵੇਸਟ ਹੋ ਰਹੇ ਨੇ। ਬਿਲਕੁਲ। ਜੇ ਜੈਵਿਕ ਖਾਦ ਤੋਂ ਹੀ ਸਾਰਾ ਕੁਝ ਫਿਰ ਕੈਮੀਕਲ ਪਾਉਣ ਦੀ ਤਾਂ ਲੋੜ ਹੀ ਨਹੀਂ। ਬਿਲਕੁਲ, ਇਹਨੂੰ ਆਪਣੀ ਆਪ ਬੇਸ ਬਣਾਈਏ। ਕੈਮੀਕਲ ਅਸੀਂ ਇੱਕ ਜਿਵੇਂ ਮੈਡੀਸਨ ਹੁੰਦੀ ਹੈ, ਅਸੀਂ ਦਵਾਈ ਲੈਂਦੇ ਹਾਂ ਸਰ ਦਰਦ ਦੀ, ਦਵਾਈ ਲੈਂਦੇ ਹਾਂ ਮਲਟੀਵਿਟਾਮਿਨ ਦੀ, ਕੈਮੀਕਲ ਉਹ ਹੋਣਾ ਚਾਹੀਦਾ ਸਾਡੇ ਵਾਸਤੇ, ਤੇ ਕੌਨਸ਼ੀਅਸ ਫਾਰਮਿੰਗ ਦੀ ਲੋੜ ਹੈ। ਜਦੋਂ ਸਮਝਾਉਣ ਲੱਗ ਗਏ ਫਿਰ ਵੀ ਕਿਦਾਂ ਦਾ ਐਕਸਪੀਰੀਅੰਸ ਰਹਿੰਦਾ? ਕੀ ਲੋਕ ਤੁਹਾਡੇ ਨਾਲ ਗੱਲਬਾਤ ਕਰਦੇ ਨੇ? ਐਵੇਂ ਹੈ ਜੀ, ਅਸੀਂ ਤੇ ਨਾ ਜਗ੍ਹਾ ਸੈਮੀਨਾਰ ਕਰਨੇ ਆ। ਸੇਫ ਸੋਇਲ ਦਾ ਸਾਡਾ ਮਿਸ਼ਨ ਹੈਗਾ ਜੀ। ਇੰਨੇ ਸਾਲਾਂ ਤੋਂ ਅਸੀਂ ਕੰਮ ਕਰ ਰਹੇ ਹਾਂ। ਮੈਂ ਤੇ ਲੁਧਿਆਣਾ ਵੀ ਸਪੀਚ ਦੇ ਕੇ ਆਇਆ, ਉੱਥੇ ਵੀ ਅਸੀਂ ਫਾਰਮਰਸ ਨੂੰ ਇਕੱਠਾ ਕੀਤਾ। ਬੜਾ ਮੁਸ਼ਕਿਲ ਹੈਗਾ, ਇੱਕ ਜ਼ਿੰਦਗੀ ਬੀਤ ਜਾਂਦੀ ਹੈ ਤੇ ਇਹ ਲਾਈਫ ਟਾਈਮ ਦਾ ਮੈਨੂੰ ਲੱਗਦਾ ਜਰਨੀ ਹੈ। ਤਾਂ ਹੀ ਅਸੀਂ ਕਹਿੰਦੇ ਹਾਂ ਕਿ ਬਈ ਇੰਨੀ ਵੱਡੀ ਮੁਹਿੰਮ ਜਿਹੜੀ ਹੈਗੀ ਹੈ, ਇਹ ਇੱਕ ਪੀੜ੍ਹੀ ਦਰ ਪੀੜ੍ਹੀ ਚੱਲਦੀ ਹੈ। ਮੈਨੂੰ ਲੱਗਦਾ ਇਹ ਮੇਰਾ ਜਨਮ ਹੀ ਇਸ ਕੰਮ ਵਾਸਤੇ ਹੋਇਆ ਕਿ ਅਸੀਂ ਸੋਇਲ ਨੂੰ ਬਚਾਉਣ ਵਾਸਤੇ ਕੁਝ ਕਰ ਜਾਈਏ, ਤੇ ਇਹੀ ਅਸੀਂ ਹੁਣ ਕਰ ਰਹੇ ਹਾਂ, ਇਹੀ ਅਸੀਂ ਕਰਨਾ ਹੈ। ਤੇ ਸਾਨੂੰ ਨਾ ਥਕਾਨ ਹੁੰਦੀ ਹੈ, ਇਸ ਕਰਕੇ ਅਸੀਂ ਹੁਣ ਲੱਗੇ ਹੋਏ ਹਾਂ। ਤੇ ਡੇਜ਼ ਹੁੰਦੀਆਂ ਨੇ, ਲੋਕ ਲੈ ਕੇ ਜਾਂਦੇ ਨੇ। ਇੱਥੋਂ ਤੱਕ ਕਿ ਸੁਣਿਆ ਤੁਸੀਂ ਕਸ਼ਮੀਰ ਵੀ ਆਪਣਾ ਜਿਹੜਾ ਕਿ ਇਹ ਜੈਵਿਕ ਖਾਦ ਭੇਜਦੇ ਹੋ, ਫਿਰ ਲੋਕਾਂ ਦਾ ਐਕਸਪੀਰੀਅੰਸ ਕਿਦਾਂ ਦਾ? ਕਿਦਾਂ ਦੀ ਲੋਕਾਂ ਦੀ ਫਸਲ ਹੈ ਜਿਹਦੇ ਚੋਂ ਵਾਧਾ ਮੁਨਾਫਾ ਹੋਇਆ? ਦੇਖੋ ਜੀ, ਅਰਾਊਂਡ 1 ਲੱਖ ਫਾਰਮਰ ਸਾਡੇ ਨਾਲ ਇਨਡਾਇਰੈਕਟਲੀ ਜੁੜਿਆ ਹੋਇਆ ਹੈ ਜੀ। ਤੇ ਜਿਵੇਂ ਤੁਸੀਂ ਕਿਹਾ, ਜਿੰਨੀ ਵੀ ਸਟੇਟਾਂ ਨੇ, JNK, ਹਿਮਾਚਲ, ਦਿੱਲੀ ਜਿਹੜੀ ਅਰਬਨ ਮਾਰਕੀਟ ਹੈ ਉਹ ਵੀ ਅਸੀਂ ਕਰ ਰਹੇ ਹਾਂ ਜੀ ਕਵਰ। ਓਕੇ। ਹਰਿਆਣਾ, ਹੁਣ ਪੰਜਾਬ ਵੀ, ਰਾਜਸਥਾਨ, UP, ਇਹ ਸਾਰੀ ਸਟੇਟਾਂ ਦੇ ਅੰਦਰ ਅਸੀਂ ਪਹੁੰਚ ਗਏ ਹਾਂ। ਤੇ 7-8 ਸਟੇਟ ਵਿੱਚ ਇੱਕ ਬ੍ਰਾਂਡ ਨੂੰ ਅਸੀਂ ਸਟੈਬਲਿਸ਼ ਕਰ ਦਿੱਤਾ ਹੈ। ਹੁਣ ਅਸੀਂ ਗੁਜਰਾਤ, ਅਹਿਮਦਾਬਾਦ ਵੀ ਸਟਾਰਟ ਕਰ ਰਹੇ ਹਾਂ। ਤੇ ਸਮਝ ਲਓ ਕਿ ਇਹੀ ਪ੍ਰੋਸੈਸ ਹੈਗਾ ਕਿ ਅਸੀਂ ਸਟੇਟ ਦਰ ਸਟੇਟ ਆਪਣੇ ਆਪ ਨੂੰ ਫੈਲਾਈਏ, ਲੋਕਾਂ ਨੂੰ ਨਾਲ ਜੋੜੀਏ, ਸਟੇਕ ਹੋਲਡਰਸ ਨੂੰ ਨਾਲ ਲਿਆਈਏ ਤੇ ਵਧਾਉਂਦੇ ਜਾਈਏ, ਤੇ ਸਾਡੀ ਪ੍ਰੋਡਕਸ਼ਨ ਵੀ ਇਸ ਤਰੀਕੇ ਨਾਲ ਵੱਧਦੀ ਪਈ ਹੈ। ਬਿਲਕੁਲ, ਜਿੱਥੇ ਜੈਵਿਕ ਖਾਦ ਦੇ ਰਹੇ ਹੋ ਉੱਥੇ ਲੋਕਾਂ ਨੂੰ ਕਹਿ ਸਕਦੇ ਆ ਕਿ ਰੋਜ਼ਗਾਰ ਵੀ ਦੇ ਰਹੇ ਹੋ, ਕਿਉਂਕਿ ਅਸੀਂ ਦੇਖਿਆ ਬਹੁਤ ਦਾ ਤੁਹਾਨੂੰ ਮੈਂ ਜਿਹੜਾ ਕਹਿ ਰਿਹਾ ਸੀ, ਰਿਜ਼ਲਟਸ ਆ ਰਹੇ ਨੇ, ਤਾਂ ਹੀ 1 ਲੱਖ ਫਾਰਮਰ ਜੁੜਿਆ ਹੋਇਆ ਹੈ। ਹੁਣ ਅਸੀਂ ਉਹਨਾਂ ਵਾਸਤੇ ਇੱਕ ਸੋਇਲ ਟੈਸਟਿੰਗ ਫੈਸਿਲਿਟੀ ਕੀਤੀ ਹੈ, ਕਿਉਂਕਿ ਮੈਨੂੰ ਲੱਗਦਾ ਹੈ ਸਿਰਫ ਇੱਕ ਪ੍ਰੋਡਕਟ ਵੇਚਣਾ ਜਾਂ ਦੇਣਾ ਹੁਣ ਸਾਡਾ ਫਰਜ਼ ਨਹੀਂ ਹੈਗਾ, ਕਿਉਂਕਿ ਅਸੀਂ ਤੇ ਹਾਰਡਕੋਰ ਫਾਰਮਰ ਆ ਅੰਦਰੋਂ। ਤੇ ਅਸੀਂ ਇਹ ਲੈਬ ਜਿਹੜੀ ਬਣਾਈ ਹੋਈ ਹੈ, ਇਹਦੇ ਅੰਦਰ ਅਸੀਂ ਆਪਣੇ ਜੁੜੇ ਹੋਏ ਫਾਰਮਰਸ ਦਾ ਸੋਇਲ ਐਨਾਲਿਸਿਸ ਕਰਕੇ ਦੇ ਰਹੇ ਹਾਂ, ਡੀਪਲੀ ਐਨਾਲਿਸਿਸ ਕਰ ਰਹੇ ਹਾਂ ਕਿ ਤੁਹਾਡੀ ਸੋਇਲ ਵਿੱਚ ਕਿੰਨੀ ਇੰਪਰੂਵਮੈਂਟ ਹੋਈ, ਕਾਰਬਨ ਕਿੰਨਾ ਵਧਿਆ, ਸੋਇਲ ਨੇ ਅੰਦਰ ਹਿਊਮਸ ਕਿੰਨਾ ਆਇਆ, ਸੋਇਲ ਦੇ ਅੰਦਰ ਮਾਈਕਰੋਬੀਅਲ ਐਕਟੀਵਿਟੀ ਕਿੰਨੀ ਵਧੀ, ਪੀਐਚ ਨੂੰ ਕਿੰਨਾ ਕੰਟਰੋਲ ਅਸੀਂ ਲਿਆ ਰਹੇ ਹਾਂ। ਤੇ ਇਹ ਅਸੀਂ ਟੈਸਟ ਕਰ ਰਹੇ ਹਾਂ, ਹੁਣ ਉਹਨਾਂ ਨੂੰ ਰਿਪੋਰਟ ਕਾਰਡ ਦੇ ਰਹੇ ਹਾਂ ਸਾਲ ਤੋਂ ਬਾਅਦ ਕਿ ਇਹ ਤੁਸੀਂ ਪਹਿਲਾਂ ਸੀ, ਹੁਣ ਐਵੇਂ ਆਏ। ਸਲੋਲੀ ਐਂਡ ਗ੍ਰੈਜੂਅਲੀ ਇੰਪਰੂਵਮੈਂਟ ਹੁੰਦੀ ਜਾਏਗੀ। ਇਹ ਸਿਰਫ ਤੁਸੀਂ ਹੀ ਤਿਆਰ ਕਰ ਰਹੇ ਹੋ ਜਾਂ ਇੰਡੀਆ ਦੇ ਵਿੱਚ ਹੋਰ ਵੀ ਇਦਾਂ ਦਾ ਕਹਿ ਸਕਦੇ ਆ ਕਿ ਜੈਵਿਕ ਖਾਦ ਤਿਆਰ ਕਰਨ ਲਈ ਨਹੀਂ, ਬਹੁਤ ਲੋਕ ਕਰਦੇ ਨੇ, ਪੰਜਾਬ ਵਿੱਚ ਵੀ ਕਰਦੇ ਹੋਣੇ ਨੇ, ਬਹੁਤ ਫਾਰਮਸ ਨੇ, ਛੋਟੇ ਵੱਡੇ ਬਹੁਤ ਨੇ। ਹੁਣ ਮੇਨ ਮੁੱਦਾ ਤੇ ਇਹ ਹੈਗਾ, ਜੇ ਤੁਸੀਂ ਕਿਹਾ ਕਿ ਕਿੰਨਾ ਤੁਸੀਂ ਆਪਣਾ ਆਪ ਨੂੰ ਸਮਰਪਿਤ ਕਰ ਸਕਦੇ ਹੋ। ਅਸੀਂ ਇਹਦੋਂ ਇਲਾਵਾ ਕੋਈ ਹੋਰ ਪ੍ਰੋਡਕਟ ਨਹੀਂ ਬਣਾਇਆ। ਅਸੀਂ ਵੀ ਕਰ ਸਕਦੇ ਸੀ, ਬਹੁਤ ਸਾਰੇ ਕੈਮੀਕਲ ਲਿਆ ਕੇ ਉਹਦੀ ਟ੍ਰੇਡਿੰਗ ਕਰ ਸਕਦੇ ਸੀ, ਮਗਰ ਅਸੀਂ ਹਾਲੇ ਤੱਕ ਕੋਈ ਐਵੇਂ ਦਾ ਕੰਮ ਨਹੀਂ ਕੀਤਾ। ਅਸੀਂ ਇਹਦੇ ਅੰਦਰ ਹੀ ਆਪਣੀ ਲਾਈਫ ਨੂੰ ਪੂਰਾ ਡਿਵੋਟ ਕਰ ਦਿੱਤਾ। ਸੋਚੀਏ ਕਿ ਮੈਂ ਤੇ ਇੱਥੇ ਹੀ ਹੁਣ ਰੈਸ਼ ਵੀ ਇੱਥੇ ਰੱਖੀ ਹੋਈ ਹੈ, ਇੱਥੇ ਹੀ ਰਹਿ ਰਹੇ ਹਾਂ। ਅਸੀਂ ਪਹਿਲਾਂ ਦਿੱਲੀ ਵੀ ਰਹਿੰਦੇ ਸੀ, ਮਗਰ ਇਹੀ ਰੀਜ਼ਨ ਹੈਗਾ ਕਿ ਬਈ ਹੁਣ ਜਿੱਥੇ ਕੰਮ ਕਰਨਾ ਹੈ ਉਧਰ ਪੂਰਾ 100% ਦੇਈਏ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ। ਲਾਸਟ ਜਾਂਦੇ ਇੱਕ ਸਵਾਲ ਕਰਾਂਗੇ, ਕਿਉਂਕਿ ਤੁਸੀਂ ਇਸ ਖੇਤੀ ਦੇ ਵਿੱਚ ਹੀ ਮੁਨਾਫਾ ਵੀ ਵੱਧ ਕਮਾਇਆ ਤੇ ਅੱਜ ਖੁਦ ਸੈਮੀਨਾਰ ਦੇ ਰਹੇ ਹੋ ਕਿ ਖੇਤੀ ਨੂੰ ਕਿਸ ਤਰ੍ਹਾਂ ਉੱਤਮ ਕਰਨਾ ਚਾਹੀਦਾ। ਪਰ ਜ਼ਿਆਦਾਤਰ ਕਿਸਾਨਾਂ ਦੇ ਪੁੱਤਰ ਜੋ ਕਿਸਾਨ ਦੇ ਪੁੱਤਰ ਹੁੰਦੇ ਨੇ ਤੇ ਖੇਤੀ ਨੂੰ ਛੱਡ ਕੇ ਫੌਰਨ ਜਾਣਾ ਪਸੰਦ ਕਰਦੇ ਨੇ, ਕੀ ਕਹਿਣਾ ਚਾਹੋਗੇ ਉਹਨਾਂ ਨੂੰ?
ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਤੁਸੀਂ ਜਾਓ, ਫੌਰਨ ਵੀ ਜਾਓ, ਕੋਈ ਦਿੱਕਤ ਨਹੀਂ, ਆਪਣੀ ਲਾਈਫ ਬਣਾਓ, ਮਗਰ ਆਪਣੀ ਜ਼ਮੀਨ ਨੂੰ ਐਵੇਂ ਤਬਾਹ ਨਾ ਕਰੋ ਪਿੱਛੋਂ। ਕਿੰਨੇ ਵੇਚ ਜਾਂਦੇ ਜੀ ਬਾਹਰ ਆਈਲੈਟਸ ਕੀਤੀ ਤੇ ਚੱਲ ਬਾਹਰ ਜਾਓ। ਇਹ ਵਿਜ਼ਨ ਰੱਖੋ ਕਿ ਕਮਾ ਕੇ ਜ਼ਮੀਨ ਫਿਰ ਬਣਾਓ ਉਹਨੂੰ, ਜਿਵੇਂ ਤੁਹਾਡੇ ਐਂਸੈਸਟਰਸ ਨੇ ਉਸ ਜ਼ਮੀਨ ਨੂੰ ਇੰਨਾ ਵਧੀਆ ਬਣਾਇਆ ਹੋਇਆ ਸੀ, ਉਹੀ ਤੁਸੀਂ ਵੀ ਆਪਣੀ ਸੋਇਲ, ਆਪਣੀ ਧਰਤੀ, ਆਪਣੇ ਦੇਸ਼ ਵਿੱਚ, ਮੁਲਕ ਵਿੱਚ ਕਰੋ, ਕਾਇਮ ਕਰੋ। ਤੇ ਉਹਦੇ ਅੰਦਰ ਤੁਸੀਂ ਇੰਨਾ ਪੈਸਾ ਕਮਾਓਗੇ, ਤਰੱਕੀ ਕਰ ਰਹੇ ਹੋ, ਆਪਣੀ ਜ਼ਮੀਨ ਨੂੰ ਵੀ ਠੀਕ ਕਰੋ ਨਾਲ ਨਾਲ। ਇਹ ਨਾ ਕਰੋ ਕਿ ਜ਼ਮੀਨ ਤੇ ਉੱਥੇ ਤਬਾਹ ਹੋ ਰਹੀ ਹੈ, ਕਿਉਂਕਿ ਕਾਫੀ ਲੋਕਾਂ ਨੇ ਠੇਕੇ ਤੇ ਜ਼ਮੀਨ ਦੇ ਦਿੱਤੀ ਹੈ, ਹੁਣ ਉਹ ਧਿਆਨ ਹੀ ਨਹੀਂ ਦੇ ਰਹੇ ਬਈ ਉਹ ਤੇ ਚਲੋ ਠੇਕੇ ਵਾਲਾ ਲੈ ਰਿਹਾ ਹੈ, ਕਰ ਰਿਹਾ ਹੈ, ਮਗਰ ਜ਼ਮੀਨ ਤੇ ਤੁਹਾਡੀ ਹੈ, ਤੁਸੀਂ ਉਹਦੇ ਅੰਦਰ ਆਪਣੀ ਕੁਛ ਤੇ ਸੋਇਲ ਵਿੱਚ ਪਾਓ। ਨਹੀਂ ਤੇ ਉਹ ਕਹਿੰਦੇ ਨੇ ਕਿ ਜ਼ਮੀਨ ਤਾਂ ਕਿਸਾਨ ਦੀ ਮਾਂ ਹੁੰਦੀ ਹੈ, ਪਰ ਮਾਂ ਨੂੰ ਛੱਡ ਕੇ ਫਿਰ ਚਲੇ ਜਾਂਦੇ ਨੇ। ਬਿਲਕੁਲ ਜੀ, ਤੇ ਇਹ ਤੇ ਬਹੁਤ ਹੀ ਅਨਫੋਰਚੂਨੇਟ ਹੈਗਾ ਕਿ ਜਿਸ ਹਿਸਾਬ ਨਾਲ ਸਭ ਜਾ ਰਹੇ ਨੇ ਤੇ ਇੱਥੇ ਕੋਈ ਓਪਰਚੁਨਿਟੀਜ਼ ਦੀ ਕਮੀ ਨਹੀਂ ਹੈ। ਬਹੁਤ ਸਾਰੀ ਚੀਜ਼ਾਂ ਇੱਥੇ ਵੀ ਨਾਲ ਨਾਲ ਹੋ ਸਕਦੀਆਂ ਨੇ, ਤੁਸੀਂ ਚੀਜ਼ਾਂ ਐਕਸਪੋਰਟ ਵੀ ਕਰ ਸਕਦੇ ਹੋ, ਬਿਜ਼ਨਸ ਵੀ ਕਰ ਸਕਦੇ ਹੋ, ਤੇ ਸਭ ਲੋਕਾਂ ਨੂੰ ਸੈਟਲ ਹੋਣ ਦੀ ਵੀ ਲੋੜ ਨਹੀਂ, ਕਈ ਲੋਕ ਘੁੰਮਣ ਵੀ ਜਾ ਸਕਦੇ ਨੇ। ਤੇ ਹੁਣ ਤੇ ਤੁਸੀਂ ਇੰਨੇ ਰਈਸ ਬਣੋ, ਇੰਨਾ ਕਮਾਓ। ਜੇ ਅਸੀਂ ਹੁਣ ਵੇਖਿਆ ਵੀ ਹੈ ਪਿੱਛੇ ਸਾਡਾ ਅੰਦੋਲਨ ਵਿੱਚ ਕਿੰਨੇ ਵੱਡੇ ਵੱਡੇ ਫਾਰਮਰਸ, ਇੰਨੇ ਵੱਡੇ ਵੱਡੇ ਟਰੈਕਟਰ ਪੰਜਾਬ ਤੋਂ ਲੈ ਕੇ ਆਏ ਸੀ, ਤੇ ਐਵੇਂ ਦੇ ਜਿਹੜੇ ਹੈਗੇ ਨੇ ਟੈਲੈਂਟਡ ਦਲੇਰ ਲੋਕ, ਉਹ ਰੱਖੋ ਪੈਰਲਲ, ਆਪਣੀ ਪੀਆਰ ਵੀ ਲਓ, ਮਗਰ ਆਪਣੀ ਜ਼ਮੀਨ ਨੂੰ ਵੀ ਇੱਥੇ ਸੰਭਾਲੋ। ਇਹ ਮੈਸੇਜ ਹੈਗਾ ਸਾਡਾ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਕਰਨ ਸਿਕਰੀ ਜੀ, ਜਿਨ੍ਹਾਂ ਨੇ ਆਪਣੀ ਲਾਈਫ ਦਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕੀਤਾ। ਤੁਸੀਂ ਦੇਖ ਸਕਦੇ ਹੋ ਕਿ ਅੱਜ ਇੱਕ ਕਰਨ ਸਿਕਰੀ ਬ੍ਰਾਂਡ ਬਣੇ ਹੋਏ ਨੇ, ਔਰ ਸਭ ਤੋਂ ਵੱਡੀ ਗੱਲ ਕਿ ਜਿਸ ਤਰੀਕੇ ਦੇ ਨਾਲ ਅੱਜ ਸਾਡੀ ਜ਼ਮੀਨ ਜ਼ਹਿਰ ਉਗਲ ਰਹੀ ਹੈ, ਕਿਸ ਤਰੀਕੇ ਦੇ ਨਾਲ ਅੱਜ ਸਾਡੀ ਉਪਜਾਊ ਸ਼ਕਤੀ ਘਟ ਰਹੀ ਹੈ, ਕਹਿ ਸਕਦੇ ਧਰਤੀ ਦਾ ਪਾਣੀ ਹੈ ਜਿਹੜਾ ਕਿ ਬਹੁਤ ਨੀਚੇ ਨੂੰ ਜਾ ਰਿਹਾ ਹੈਗਾ, ਪਰ ਇੱਥੇ ਹੀ ਇਹਨਾਂ ਨੇ ਅੰਮ੍ਰਿਤ ਵੰਡਣ ਦਾ ਕੰਮ ਕੀਤਾ ਤੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਇਹ ਕਿਹਾ ਕਿ ਵਧੀਆ ਤਰੀਕੇ ਦੇ ਨਾਲ ਖੇਤੀ ਕਰੋ, ਭਾਵੇਂ ਘੱਟ ਕਰੋ। ਸੋ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ, ਇਦਾਂ ਦੀਆਂ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਵਾਉਂਦੇ ਰਹਿਣਗੇ। ਤਦ ਤੱਕ ਲਈ ਇਜਾਜ਼ਤ ਦਿਓ, ਧੰਨਵਾਦ।